ਅੱਜ ਦੀ ਕਲਾਸ ਸਟਾਰਟ ਕਰਦੇ ਆਪਾਂ ਐਨੀਮਲ ਹਸਬੈਂਡਰੀ ਨਿਊ ਚੈਪਟਰ ਆਪਣਾ। ਇਸ ਦੇ ਵਿੱਚ ਐਨੀਮਲਸ ਦੀ ਜੋ ਰੇਅਰਿੰਗ ਹੁੰਦੀ ਹੈ ਉਸ ਨਾਲ ਰਿਲੇਟਡ ਆਪਾਂ ਹਰ ਇੱਕ ਚੀਜ਼ ਡਿਸਕਸ ਕਰਾਂਗੇ। ਇਸ ਚੈਪਟਰ ਦੇ ਵਿੱਚ ਆਪਣੇ ਕੋਲ ਆ ਜਾਏਗਾ ਪਿਸੀਕਲਚਰ, ਸੈਰੀਕਲਚਰ, ਪੋਲਟਰੀ ਔਰ ਲੈਕ ਕਲਚਰ। ਤਾਂ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ। ਐਨੀਮਲ ਹਸਬੈਂਡਰੀ ਦੇ ਵਿੱਚ ਆਏਗਾ ਕਿ ਰੇਅਰਿੰਗ ਹੈ। ਰੇਅਰਿੰਗ ਕਿਹਨਾਂ ਦੀ ਹੈ? buffaloes, cow, pigs, horse, cattle, sheep, camel, goat, etc. ਔਰ ਜਿਹੜੇ ਹਿਊਮਨ ਦੇ ਲਈ ਯੂਜ਼ਫੁਲ ਹੈਗੇ ਆ, ਉਹਨਾਂ ਸਾਰੇ ਐਨੀਮਲਸ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਸੁਪੀਰੀਅਰ ਬਰੀਡ ਹੈ ਜਿਹੜੀ, ਉਸ ਦੀ ਕੇਅਰ ਕਰਨਾ ਹਿਊਮਨ ਦੇ ਯੂਜ਼ਫੁਲ ਲਈ। ਤਾਂ ਜੋ ਵੀ ਚੀਜ਼ ਇਸ ਵਿੱਚ ਆਏਗੀ ਉਹ ਕਿਹਦੇ 'ਚ ਆਏਗੀ? ਐਨੀਮਲ ਹਸਬੈਂਡਰੀ ਦੇ ਵਿੱਚ ਆਏਗੀ। ਤਾਂ ਹੁਣ ਪਿਸੀਕਲਚਰ ਦੇ ਆਪਾਂ ਫਿਸ਼ਰੀ, ਜੇ ਆਪਾਂ ਪਿਸੀਕਲਚਰ ਕਹਿ ਦਿੰਦੇ ਹਾਂ, ਫਿਸ਼ਰੀ ਦੇ ਵਿੱਚ ਇਕੱਲਾ ਫਿਸ਼ਿਸ ਨਹੀਂ ਹੁੰਦੀਆਂ, ਨਾਟ ਓਨਲੀ ਫਿਸ਼ਿਸ। ਇਹਦੇ ਵਿੱਚ ਆਪਣੇ ਕੋਲ ਆਏਗਾ ਕੀ ਆ? ਇਹਦੇ 'ਚ ਆਪਣੇ ਕੋਲ ਮਲਸਕ ਜੋ ਸ਼ੈਲ ਵਾਲੇ ਹੋਣਗੇ, ਆਪਣੇ ਕੋਲ ਸ਼ੈਲ ਫਿਸ਼ ਜਿੱਦਾਂ ਸੀਪ ਹੋ ਜਾਂਦੀ ਆ, ਉਹ ਕਿਹਦੇ 'ਚ ਆਉਂਦੀ ਆ? ਆਪਣੇ ਕੋਲ ਮਲਸਕ ਦੇ ਵਿੱਚ ਆਉਂਦੀ ਹੈ। ਕਰਸਟੇਸ਼ੀਅਨ 'ਚ ਕੀ ਆਉਂਦਾ? ਪ੍ਰਾਨ ਔਰ ਕਰੈਬ। ਇੱਕ ਕਰੈਬ ਹੁੰਦਾ ਕੇਕੜਾ, ਪ੍ਰਾਨ ਕੀ ਹੁੰਦਾ? ਝੀਂਗਾ। ਝੀਂਗੇ ਦੀ ਵੀ ਰੇਅਰਿੰਗ ਜਿਹੜੀ ਹੈਗੀ ਉਹ ਵੀ ਕਿਹਦੇ 'ਚ ਆਏਗੀ? ਉਹ ਵੀ ਆਪਣੇ ਕੋਲ ਫਿਸ਼ਰੀ ਦੇ ਵਿੱਚ ਹੀ ਆਏਗੀ। ਤਾਂ ਔਰ ਫਿਸ਼ਰੀ ਦੇ ਵਿੱਚ ਹੈ ਕਿ ਰੇਅਰਿੰਗ ਕਰਨਾ, ਕੈਚਿੰਗ ਕਰਨਾ ਐਂਡ ਸੇਲਿੰਗ ਕਰਨਾ। ਤਾਂ ਇਹ ਸਾਰੀ ਚੀਜ਼ ਜਿਹੜੀ ਹੈਗੀ ਆ ਇਹ ਫਿਸ਼ਰੀ ਦੇ ਵਿੱਚ ਨਾਲ ਰਿਲੇਟਡ ਹੈ। ਇਹ ਨਹੀਂ ਹੈ ਕਿ ਇਕੱਲੀਆਂ ਫਿਸ਼ ਪਾਲਣਾ ਹੀ ਹੋ ਜਾਂਦਾ, ਫਿਸ਼ ਦੀ ਰੇਅਰਿੰਗ ਕਰਨਾ, ਉਸ ਦੀ ਕੈਚਿੰਗ ਕਰਕੇ ਦੈਨ ਸੇਲਿੰਗ ਕਰਨਾ, ਤਾਂ ਇਹ ਕਿਹਦੇ 'ਚ ਆਏਗੀ? ਫਿਸ਼ਰੀ ਦੇ ਵਿੱਚ ਆਏਗੀ। ਸੋ ਨੈਕਸਟ ਅਗਰ ਆਪਾਂ ਗੱਲ ਕਰਦੇ ਹਾਂ ਬਰੀਡ ਦੀ, ਕਿ ਇੰਡੀਆ ਦੇ ਵਿੱਚ ਕਿੱਦਾਂ ਦੀ ਬਰੀਡ ਚੱਲ ਰਹੀਆਂ ਨੇ, ਤਾਂ ਬਰੀਡ ਅਕੋਰਡਿੰਗ ਹੀ ਆਪਾਂ ਕੀ ਕਰਦੇ ਹਾਂ, ਸਭ ਤੋਂ ਜ਼ਿਆਦਾ ਬੈਨੀਫਿਟ ਲੈ ਸਕਦੇ। ਅਗਰ ਸਹੀ ਬਰੀਡ ਹੈ, ਸੁਪੀਰੀਅਰ ਤੇ ਚੰਗੀ ਬਰੀਡ ਹੈ, ਤਾਂ ਆਪਾਂ ਕੀ ਲੈ ਸਕਦੇ ਹੋ, ਉਹਦੇ ਤੋਂ ਬੈਨੀਫਿਟਸ ਜਿਹੜੇ ਹੋਣਗੇ ਉਹ ਜ਼ਿਆਦਾ ਹੋਣਗੇ। ਲੇਕਿਨ ਜੋ ਇੰਡੀਆ ਦੇ ਵਿੱਚ ਜੋ ਬਰੀਡਸ ਚੱਲ ਰਹੀਆਂ ਨੇ ਉਹ ਬਹੁਤ ਹੀ ਸੁਪੀਰੀਅਰ ਕੁਆਲਿਟੀ ਦੀਆਂ ਨਹੀਂ ਆ। ਕੁਆਲਿਟੀ ਵਾਈਜ਼ ਅਗਰ ਦੇਖਦੇ ਹੋ ਤਾਂ ਬਹੁਤ ਹੀ ਲੋ ਕੁਆਲਿਟੀ 'ਚ ਰਹਿ ਜਾਂਦੀਆਂ। ਅਗਰ ਆਪਾਂ ਟੋਟਲ ਲਾਈਵ ਸਟਾਕ ਦੀ ਗੱਲ ਕਰਦੇ, ਲਾਈਵ ਸਟਾਕ ਵਰਲਡ ਦਾ ਜਿੰਨਾ ਵੀ ਲਾਈਵ ਸਟਾਕ ਹੈ ਸਿਰਫ 2 ਕੰਟਰੀਜ਼ ਦੇ ਵਿੱਚ ਪਾਇਆ ਜਾਂਦਾ। ਮੋਸਟਲੀ 70% ਜਿਹੜਾ ਲਾਈਵ ਸਟਾਕ ਹੈ, ਵਰਲਡ ਲਾਈਵ ਸਟਾਕ ਜਿਹੜਾ ਹੈ ਉਹਦਾ 70% ਪਾਰਟ ਜਿਹੜਾ ਹੈ ਉਹ ਇੰਡੀਆ ਤੇ ਚਾਈਨਾ ਕੋਲ, ਇੰਡੀਆ ਐਂਡ ਚਾਈਨਾ। ਲੇਕਿਨ ਉਹਨਾਂ ਤੋਂ ਜੋ ਯੀਲਡ ਮਿਲ ਰਹੀ ਹੈ, ਯੀਲਡ ਮਤਲਬ ਜੋ ਉਹਨਾਂ ਤੋਂ ਪ੍ਰੋਡਕਟ ਮਿਲ ਰਿਹਾ ਆਪਾਂ ਨੂੰ, ਚਾਹੇ ਦੁੱਧ ਹੈ, ਚਾਹੇ ਕੋਈ ਹੋਰ ਚੀਜ਼ ਹੈ, ਮੀਟ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ, ਉਹਨਾਂ ਮਾਸ ਨੂੰ ਲੈ ਕੇ, ਤਾਂ ਉਹ ਸਿਰਫ ਕਿੰਨਾ ਹੈਗੇ? ਤਾਂ ਲਾਈਵ ਸਟਾਕ ਕਿੰਨਾ ਟੋਟਲ ਵਰਲਡ ਦਾ? 70% ਇੰਡੀਆ ਤੇ ਚਾਈਨਾ ਦੇ ਕੋਲ। ਲੇਕਿਨ ਜੋ ਯੀਲਡ ਮਿਲ ਰਹੀ ਹੈ ਸਾਰੀ, ਉਹ ਕਿੰਨੀ ਹੈ? ਜਸਟ ਔਰ ਜਸਟ 25%। 25% ਔਰ ਬਾਕੀ ਦੇਖੋ ਵਰਲਡ ਦੇ ਬਾਕੀ ਜਿਹਨਾਂ ਲਾਈਵ ਸਟਾਕ ਉਹ 30% ਹੈ, ਲੇਕਿਨ ਜੋ ਯੀਲਡ ਦੇ ਰਿਹਾ ਉਹ ਕਿੰਨੀ? 75% ਦੇ ਰਿਹਾ। ਇਟ ਮੀਨਸ ਕੀ ਆ ਕਿ ਇੰਡੀਆ ਔਰ ਚਾਈਨਾ ਦੇ ਵਿੱਚ ਜਿਹੜੀ ਬਰੀਡ ਨੂੰ ਲੈ ਕੇ ਹੈ, ਬਰੀਡ ਚੰਗੀ ਕੁਆਲਿਟੀ ਦੇ ਨਾ ਹੋਣ ਕਰਕੇ ਜਿਹੜੇ ਲਾਈਵ ਸਟਾਕ ਦੀ ਪੋਪੂਲੇਸ਼ਨ ਉਹ ਤਾਂ ਬਹੁਤ ਜ਼ਿਆਦਾ, ਲੇਕਿਨ ਜੋ ਉਹਨਾਂ ਤੋਂ ਪ੍ਰੋਡਕਸ਼ਨ ਹੋ ਰਹੀ ਹੈ ਕਿਸੇ ਵੀ ਤਰ੍ਹਾਂ ਦੀ, ਉਹ ਕੀ ਹੈ? ਪ੍ਰੋਡਕਸ਼ਨ ਦੇ ਵਿੱਚ ਜੋ ਕੰਟਰੀਬਿਊਸ਼ਨ ਹੈ ਉਹ ਜਸਟ ਔਰ ਜਸਟ ਕਿੰਨੀ ਹੈ? 25%। ਹੁਣ ਲਾਈਵ ਸਟਾਕ ਦੇ ਵਿੱਚ ਆਏਗਾ ਕਿ ਡੋਮੈਸਟੀਕੇਟਡ ਐਨੀਮਲ, ਜਿੱਦਾਂ ਆਪਣੇ ਕੋਲ ਫਾਰਮ ਐਨੀਮਲ ਹੋ ਗਿਆ, ਜਿਹੜੇ ਕੀ ਆ ਆਪਾਂ ਨੂੰ ਪ੍ਰੋਫਿਟ ਕਿਸੇ ਨਾ ਕਿਸੇ ਤਰ੍ਹਾਂ ਦਾ ਕਲੈਕਟਿਵ ਪ੍ਰੋਫਿਟ ਦਿੰਦੇ ਆ। ਜਿੱਦਾਂ ਆਪਾਂ ਡੋਮੈਸਟੀਕੇਟਡ ਐਨੀਮਲ ਦੇ ਵਿੱਚ ਆਪਣੇ ਕੋਲ ਬਫੈਲੋਸ ਹੋ ਸਕਦੀਆਂ, ਕਾਓ ਹੋ ਸਕਦੀਆਂ, ਗੋਟ, ਸ਼ਿਪ, ਇਹ ਸਾਰੇ ਕਿਹੜੇ? ਡੋਮੈਸਟੀਕੇਟਡ ਜਿਹੜੇ ਘਰਾਂ ਦੇ ਵਿੱਚ ਰੱਖੇ ਜਾਣ ਵਾਲੇ ਆ, ਜਾਂ ਫਿਰ ਫਾਰਮ ਐਨੀਮਲ ਹੈਗੇ ਆ। ਇਹਨਾਂ ਸਾਰਿਆਂ ਨੂੰ ਆਪਾਂ ਕੀ ਕਹਿੰਦੇ ਆ? ਕਲੈਕਟਿਵਲੀ ਆਪਾਂ ਕੀ ਕਹਿੰਦੇ ਆ? ਲਾਈਵ ਸਟਾਕ ਕਹਿੰਦੇ ਆ। ਬਫੈਲੋ, ਕਾਊਸ ਐਗਜ਼ਾਮਪਲ ਦੇ ਰੱਖੇ ਆਪਣੇ ਕੋਲ। ਉਹ ਬਰੀਡ ਆਫ ਬਫੈਲੋ ਜਿਹੜੀ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਚੱਲਦੀ ਉਹ ਕਿਹੜੇ ਵਾਲੀ ਹੈ? ਮੂਰਾ ਨਸਲ। ਮੂਰਾ ਨਸਲ ਦੇ ਵਿੱਚ ਕੀ ਆ? ਬਿਲਕੁਲ ਜੋ ਬਫੈਲੋ ਹੋਏਗੀ ਉਹ ਬਿਲਕੁਲ ਕੀ ਹੋਏਗੀ? ਬਲੈਕ ਕਲਰ ਦੀ ਹੋਏਗੀ। ਉਸਦਾ ਕਲਰ ਕਿਹੜੇ ਵਾਲਾ ਹੋਏਗਾ? ਬਲੈਕ।
ਇਸ ਤੋਂ ਇਲਾਵਾ ਆਪਣੇ ਕੋਲ ਨੀਲੀ ਰਾਵੀ ਦੇ ਵਿੱਚ ਕੀ ਹੋਏਗਾ, ਜੋ ਬਫੈਲੋ ਹੈ ਉਹਦੇ ਕੀ ਹੋਏਗਾ, ਵਾਈਟ ਪੈਚਸ ਹੁੰਦੇ ਆ ਫੇਸ ਤੇ। ਤਾਂ ਇਹ ਸਾਰੀਆਂ ਜਿਹੜੀ ਆਪਣੇ ਕੋਲ ਬਰੀਡ ਦੇ ਰੱਖੀਆਂ ਬਫੈਲੋਜ਼ ਦੀਆਂ, ਮੋਸਟਲੀ ਅਗਰ ਦੇਖਦੇ ਹਾਂ ਤਾਂ ਆਪਣੇ ਮੂਰਾ ਵੀ ਆਪਾਂ ਨੂੰ ਮਿਲਦੀਆਂ, ਨੀਲੀ ਰਾਵੀ ਵੀ ਹੋਏਗੀ, ਜੋ ਮੇਨਲੀ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀਆਂ। ਬਾਕੀ ਵੀ ਸਾਰੀਆਂ ਕਿਹੜੇ ਵਾਲੀਆਂ, ਸਾਰੇ ਦੇ ਸਾਰੀਆਂ ਬਰੀਡ ਹੈ ਬਫੈਲੋ ਦੀ। ਔਰ ਬਰੀਡ ਆਫ ਕੈਟਲ ਜਾਂ ਕਾਓ, ਤਾਂ ਸਭ ਤੋਂ ਜਿਹੜੇ ਐਗਜ਼ੋਟਿਕ ਜਿਹੜੀਆਂ ਹੈਗੀਆਂ, ਐਗਜ਼ੋਟਿਕ ਮਿਲਕ ਬਰੀਡ ਕਿਹੜੀਆਂ ਵਾਲੀਆਂ ਹੈਗੀਆਂ, ਜਿਹੜੀਆਂ ਇੰਪੋਰਟ ਕਰੀਆਂ ਹੋਈਆਂ। ਇੰਪੋਰਟ ਕੀ ਹੈ ਕਿ ਬਾਹਰਲੀ ਕੰਟਰੀਜ਼ ਤੋਂ ਆਪਾਂ ਲੈ ਕੇ ਆਏ ਹੋਏ ਆ, ਤਾਂ ਜਾਂ ਕਿਸੇ ਤਰ੍ਹਾਂ ਦੀ ਹਾਈਬ੍ਰਿਡ ਬਰੀਡ ਆਪਾਂ ਤਿਆਰ ਕਰੀ ਹੈ, ਜਾਂ ਫਿਰ ਆਪਾਂ ਬਾਹਰ ਤੋਂ ਸੁਪੀਰੀਅਰ ਜਾਂ ਉਹਨਾਂ ਦੀ ਕੁਆਲਿਟੀ ਵਾਲੀਆਂ ਜਿਹੜੀਆਂ ਬਰੀਡ ਆਪਾਂ ਇੱਥੇ ਓਬਟੇਨ ਕਰੀਆਂ ਜਾਂ ਅਚੀਵ ਕਰੀਆਂ, ਤਾਂ ਉਹ ਵਾਲੀਆਂ ਕਿਹੜੀਆਂ ਐਗਜ਼ੋਟਿਕ ਮਿਲਕ ਬਰੀਡ ਹੈ। ਤਾਂ ਇਹਦੇ 'ਚ ਹੋਲਸਟੀਨ ਜਿਹੜੀ ਫਰੀਜ਼ੀਅਨ ਹੈ, ਇਹ ਸਭ ਤੋਂ ਜ਼ਿਆਦਾ ਮਿਲਕ ਬੈਸਟ, ਮਤਲਬ ਮਿਲਕ ਲਈ ਸਭ ਤੋਂ ਬੈਸਟ ਹੈਗੀ ਹੈ ਵਰਲਡ ਦੇ ਵਿੱਚ। ਇਹ ਬਰੀਡ ਪੁੱਛ ਸਕਦੇ ਆ ਕਿ ਸਭ ਤੋਂ ਬੈਸਟ ਜਿਹੜੀ ਹੈਗੀ ਹੈ ਮਿਲਕ ਲਈ ਬਰੀਡ ਕਿਹੜੇ ਵਾਲੀ ਹੈ, ਤਾਂ ਇਹ ਕਿਹੜੇ ਵਾਲੀ ਹੈ, ਕਾਓ ਦੀ ਅਗਰ ਗੱਲ ਕਰਾਂ ਤਾਂ ਹੋਏਗੀ ਹੋਲਸਟੀਨ ਫਰੀਜ਼ੀਅਨ। ਇੰਪੋਰਟੈਂਟ ਹੈ ਕਿਉਂਕਿ ਇਸ ਚੈਪਟਰ ਦੇ ਵਿੱਚੋਂ ਸਿਰਫ ਔਰ ਸਿਰਫ ਕੀ ਪੁਆਇੰਟ ਹੀ ਯਾਦ ਕਰਨ ਵਾਲੇ ਆ ਜੋ ਚੈਪਟਰ ਦੇ ਵਿੱਚ ਪੁੱਛੇ ਜਾ ਸਕਦੇ ਆ। ਕੁਐਸਚਨ ਦੇ ਵਿੱਚ 1 ਨੰਬਰ ਦਾ ਹੀ ਇੱਥੋਂ ਆਲਮੋਸਟ ਆਏਗਾ, ਜ਼ਿਆਦਾ ਨਹੀਂ ਹੋਏਗਾ ਇੱਥੋਂ। ਤਾਂ ਹੋਲਸਟੀਨ ਫਰੀਜ਼ੀਅਨ ਜਿਹੜੀ ਬੈਸਟ ਮਿਲਕ ਬਰੀਡ ਹੈਗੀ ਹੈ ਇੰਡੀਆ ਦੇ ਵਿੱਚ ਜਾਂ ਪੂਰੇ ਵਰਲਡ ਦੇ ਵਿੱਚ ਅਗਰ ਦੇਖਦੇ ਆ, ਜੋ ਐਗਜ਼ੋਟਿਕ ਹੈ। ਇੰਡੀਆ ਵਿੱਚ ਤਾਂ ਐਗਜ਼ੋਟਿਕ ਹੈ ਕਿਉਂਕਿ ਇੰਡੀਆ ਦੇ ਇੱਥੋਂ ਡੋਮੈਸਟਿਕ ਨਹੀਂ ਹੈ ਇਹ ਵਾਲੀ, ਇੰਡੀਜੀਨੀਅਸ ਨਹੀਂ ਹੈ, ਲੇਕਿਨ ਇੱਕ ਇਹ ਫੋਰਨਰ ਹੈ। ਤਾਂ ਹੋਲਸਟੀਨ ਫਰੀਜ਼ੀਅਨ ਇੱਕ ਬਰੀਡ ਹੈ ਜਿਹੜੀ ਮਿਲਕ ਲਈ ਸਭ ਤੋਂ ਵਧੀਆ ਜਾਣੀ ਜਾਂਦੀ ਹੈ ਵਰਲਡ ਦੇ ਵਿੱਚ। ਜਰਸੀ, ਇਹ ਕੁਝ ਇੱਦਾਂ ਦੇ ਬਰੀਡ ਦੇ ਰੱਖੇ ਨੇ ਕੁਝ ਜੋ ਵਰਕਿੰਗ ਹੈ, ਕਈ ਮਿਲਕ ਦੇ ਪਰਪਸ ਲਈ ਆਪਾਂ ਪਾਲ ਰਹੇ ਹਾਂ, ਕਈ ਵਰਕ ਦੇ ਪਰਪਸ ਲਈ, ਔਰ ਕਈ ਇੱਦਾਂ ਦੀਆਂ ਜਿਹੜੀਆਂ ਦੋਨੋਂ ਤਰ੍ਹਾਂ ਹੀ ਯੂਜ਼ ਕਰੀਆਂ ਜਾ ਰਹੀਆਂ। ਤਾਂ ਇੱਥੇ ਆਪਣੇ ਕੋਲ ਨੀਚੇ ਬਰੀਡ ਦੇ ਰੱਖੀਆਂ ਮਿਲਕ ਪ੍ਰੋਡਿਊਸਿੰਗ ਐਨੀਮਲ, ਜਿਹਨੂੰ ਮਿਲਕ ਬਰੀਡ ਲਈ ਸਪੈਸ਼ਲੀ ਆਪਾਂ ਕਹਿੰਦੇ ਹਾਂ। ਸੈਕਿੰਡ ਡਰੌਟ, ਜਿਹੜੇ ਵਰਕਿੰਗ ਲਈ ਆਪਾਂ ਯੂਜ਼ ਕਰ ਰਹੇ ਹਾਂ ਕੁਝ ਬਰੀਡ, ਤਾਂ ਉਹ ਕਿਹੜੇ ਵਾਲੇ ਹੈਗੇ ਆ, ਡਰੌਟ ਬਰੀਡਸ। ਔਰ ਜਿਹੜੇ ਜਨਰਲ ਯੂਟਿਲਿਟੀ ਲਈ ਬਰੀਡ ਹੈਗੀਆਂ, ਜਿਹੜੀਆਂ ਦੋਨੋਂ ਪਰਪਸ ਲਈ ਯੂਜ਼ ਹੋ ਰਹੀਆਂ ਨੇ, ਆਪਾਂ ਦੇਖਦੇ ਹਾਂ ਕਿਹੜੇ ਕਿਹੜੀਆਂ। ਬਸ ਮਿਲਕ ਬਰੀਡ ਲਈ ਯਾਦ ਰੱਖਣ ਵਾਲੀਆਂ ਮੋਸਟਲੀ ਜੋ ਪੰਜਾਬ ਵਿੱਚ ਚੱਲ ਰਹੀਆਂ ਬਰੀਡ, ਉਹਨਾਂ ਦਾ ਜ਼ਰੂਰ ਧਿਆਨ ਦੇਣਾ ਕਿਉਂਕਿ ਆਪਣੇ ਮਾਸਟਰ ਕੈਡਰ ਪੰਜਾਬ ਨਾਲ ਰਿਲੇਟਡ ਦਾ, ਸੋ ਆਪਾਂ ਨੂੰ ਪੰਜਾਬ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਜਿੱਦਾਂ ਗਿਰ ਕਿੱਥੋਂ, ਗੁਜਰਾਤ ਐਂਡ ਰਾਜਸਥਾਨ। ਗਿਰ ਬਰੀਡ ਜਿਹੜੀ ਮਿਲਕਿੰਗ ਬਰੀਡ ਹੈ ਉਹ ਕਿਹਦੇ 'ਚ ਹੈਗੀ ਆ, ਇੱਕ ਕੈਟਲ ਦੀ ਹੈ, ਇੰਪੋਰਟੈਂਟ ਬਰੀਡ ਆਫ ਇੰਡੀਅਨ ਕੈਟਲ। ਤਾਂ ਇਹਦੇ ਵਿੱਚ ਜਿਹੜੀ ਗਿਰ ਹੈ ਉਹ ਕਿਤੇ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਪਾਈ ਜਾਏਗੀ। ਸੈਕਿੰਡ ਹੈ ਸਾਈਵਾਲ, ਬੈਸਟ ਇਨ ਇੰਡੀਆ। ਸਾਈਵਾਲ ਇੱਕ ਤਰ੍ਹਾਂ ਦੀ ਕਾਓ ਦੀ ਬਰੀਡ ਹੈ, ਕਾਓ ਦੀ ਬਰੀਡ ਹੈ। ਤਾਂ ਇਹ ਕਿੱਥੇ ਆਪਣੇ ਕੋਲ ਪਾਈ ਜਾਏਗੀ, ਇਹ ਆਪਣੇ ਕੋਲ ਪੰਜਾਬ ਐਂਡ ਹਰਿਆਣਾ ਤੇ ਯੂਪੀ, ਉੱਤਰ ਪ੍ਰਦੇਸ਼ ਦੇ ਵਿੱਚ ਇਹ ਵਾਲੀ ਪਾਈ ਜਾਏਗੀ। ਔਰ ਸਾਈਵਾਲ ਜਿਹੜੀ ਹੈ ਬੈਸਟ ਬਰੀਡ ਹੈਗੀ ਹੈ ਇੰਡੀਆ ਦੇ ਵਿੱਚ ਜੋ ਮਿਲਕ ਦੇ। ਇਸ ਤੋਂ ਬਾਅਦ ਰੈੱਡ ਸਿੰਧੀ ਆਂਧਰ ਪ੍ਰਦੇਸ਼, ਦਿਓਨੀ ਆਂਧਰ ਪ੍ਰਦੇਸ਼ ਐਂਡ ਰਾਠੀ, ਆਰ ਤੋਂ ਯਾਦ ਰੱਖ ਲਿਓ, ਰਾਠੀ ਕਿੱਥੇ ਦੀ ਹੈ, ਰਾਜਸਥਾਨ। ਔਰ ਗਿਰ ਜਿਹੜੀ ਹੈ ਗੁਜਰਾਤ ਐਂਡ ਰਾਜਸਥਾਨ। ਪੰਜਾਬ ਵਿੱਚ ਸਾਈਵਾਲ। ਤਾਂ ਨੈਕਸਟ ਡਰੌਟ ਬਰੀਡ ਜਿਹੜੀ ਵਰਕਿੰਗ ਦੇ ਯੂਜ਼ ਲਈ ਆਪਣੇ ਕੋਲ, ਤਾਂ ਉਹਦੇ 'ਚ ਹੈ ਮਲਵੀ ਰਾਜਸਥਾਨ, ਨਾਗੇਰੀ ਹਰਿਆਣਾ, ਦਿੱਲੀ ਯੂਪੀ ਐਂਡ ਕੰਗਿਆਮ ਤਾਮਿਲਨਾਡੂ ਐਂਡ ਅਦਰ ਪਾਰਟ ਆਫ ਸਾਊਥ ਇੰਡੀਆ। ਇਹਦੇ 'ਚੋਂ ਇੰਨਾ ਜ਼ਿਆਦਾ ਇੰਪੋਰਟੈਂਟ ਜੋ ਹੈ ਉਹ ਸਿਰਫ ਔਰ ਸਿਰਫ ਤੁਸੀਂ ਬਰੀਡ ਦੇਖਣੀ ਹੈ, ਮਿਲਕਿੰਗ ਬਰੀਡ ਕਿਹੜੇ ਵਾਲੀ ਹੈ, ਗਿਰ ਹੋਗੀ, ਸਾਈਵਾਲ ਹੋਗੀ, ਕਿ ਕਿਹੜੇ ਵਾਲੇ ਰੀਜਨ ਦੇ ਵਿੱਚ ਹੋਏਗੀ, ਰਾਠੀ। ਔਰ ਬਾਕੀ ਡਰੌਟ ਬਰੀਡ ਦਾ ਬਸ ਇੰਨਾ ਪਤਾ ਕਿ ਡਰੌਟ ਬਰੀਡ ਕਿਸ ਲਈ ਯੂਜ਼ ਕਰੀ ਜਾਂਦੀ ਹੈ, ਅਗਰ ਯਾਦ ਹੋ ਪਾਏ ਤਾਂ ਬਹੁਤ ਵਧੀਆ। ਨੈਕਸਟ ਆਪਣੇ ਕੋਲ ਨੈਕਸਟ ਹੈ ਜਨਰਲ ਯੂਟਿਲਿਟੀ ਬਰੀਡ। ਤਾਂ ਇਹ ਹਰਿਆਣਾ ਦੇ ਵਿੱਚ ਕਿਹੜੇ ਵਾਲੀ ਹੈ, ਹਰਿਆਣਾ, ਪੰਜਾਬ ਐਂਡ ਮੱਧ ਪ੍ਰਦੇਸ਼। ਅੰਗੋਲ
ਅੰਗੋਲ ਜੋ ਹੈ ਉਹ ਆਂਧਰ ਪ੍ਰਦੇਸ਼ ਦੇ ਵਿੱਚ ਹੋਏਗੀ, ਏਦਾਂ ਹੀ ਅੱਗੇ। ਕੰਕਰੇਜ ਗੁਜਰਾਤ ਦੇ ਵਿੱਚ, ਥਾਪਰਕਰ ਗੁਜਰਾਤ ਆਂਧਰ ਪ੍ਰਦੇਸ਼। ਤਾਂ ਇਹ ਬਰੀਡ ਇੱਦਾਂ ਦੇ ਜਿਹੜੇ ਜਨਰਲ ਯੂਟਿਲਿਟੀ ਵਾਸਤੇ ਆਪਾਂ ਯੂਜ਼ ਕਰਦੇ ਹਾਂ, ਜਿਹੜੇ ਮਿਲਕਿੰਗ ਲਈ ਵੀ ਯੂਜ਼ ਕਰ ਸਕਦੇ ਹਾਂ ਔਰ ਇਸ ਨੂੰ ਜਨਰਲ ਪਰਪਸ ਲਈ ਵੀ, ਵਰਕਿੰਗ ਲਈ ਵੀ ਯੂਜ਼ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲ ਇਨਬਰੀਡਿੰਗ, ਐਨੀਮਲ ਬਰੀਡਿੰਗ ਆ ਗਈ ਨੈਕਸਟ ਆਪਣੇ ਕੋਲ ਟੌਪਿਕ। ਤਾਂ ਇੱਥੇ ਕੁਐਸਚਨ ਆ ਸਕਦਾ ਐਨੀਮਲ ਬਰੀਡਿੰਗ ਤੇ। ਐਨੀਮਲ ਬਰੀਡਿੰਗ ਦੇ ਵਿੱਚ ਕੀ ਹੋਏਗਾ, ਐਨੀਮਲ ਬਰੀਡ ਇਹ ਦੋ ਤਰ੍ਹਾਂ ਦੀ ਹੈ। ਇੱਕ ਤਾਂ ਆਪਣੇ ਕੋਲ ਹੋਏਗੀ ਇਨਬਰੀਡ, ਇਨਬਰੀਡਿੰਗ, ਇੱਕ ਹੋਏਗੀ ਇਨਬਰੀਡ और दूसरी अपने को आउटब्रीड। दोनों ही ਆਪਾਂ ਦੇਖਦੇ ਹਾਂ ਇਨਬਰੀਡ ਤੇ ਆਊਟਬਰੀਡ ਦੇ ਵਿੱਚ ਕੀ ਆਏਗਾ। ਇਨਬਰੀਡ ਆਊਟਬਰੀਡ, ਇੱਕ ਹੈ ਕ੍ਰੋਸ। ਤੇ ਸਾਰੇ ਆਪਾਂ 1 by 1 ਡਿਸਕਸ ਕਰਦੇ ਹਾਂ ਆਪਾਂ। ਤਾਂ ਇਨਬਰੀਡ ਦੇ ਵਿੱਚ ਕੀ ਹੈ, ਇਨਬਰੀਡ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਸਿਮਿਲਰ ਇੰਡੀਵਿਜੂਅਲ ਤੇ ਸਿਮਿਲਰ ਸਪੀਸੀਜ਼ ਹੋਏਗੀ ਔਰ ਉਹਨਾਂ ਦੀ ਜਿਹੜੀ ਮੈਟਿੰਗ ਹੋਏਗੀ, ਮੈਟਿੰਗ 4 ਤੋਂ 6 ਜਨਰੇਸ਼ਨ ਜਿਹੜੀਆਂ ਉਹਨਾਂ ਦੀ ਹੋਣਗੀਆਂ, ਉਹਨਾਂ ਦੇ ਜਿਹੜੇ ਅਨਸੈਸਟਰ ਸੇਮ ਹੋਣਗੇ। ਜਿਹੜੇ ਇਨਬਰੀਡਿੰਗ ਦੇ ਵਿੱਚ ਕੀ ਆਏਗਾ, ਇਨਬਰੀਡ ਦੇ ਵਿੱਚ ਆਪਣੇ ਕੋਲ ਆਏਗਾ, ਇਨਬਰੀਡਿੰਗ ਦੇ ਵਿੱਚ ਸਿਮਿਲਰ ਸਪੀਸੀਜ਼ ਦੇ ਜਿਹੜੀ ਮੈਟਿੰਗ ਹੋਏਗੀ ਉਹ ਕਿੱਦਾਂ ਹੋਏਗੀ, 4 ਤੋਂ 6 ਜਨਰੇਸ਼ਨ ਦੇ ਜਿਹੜੇ ਇੰਡੀਵਿਜੂਅਲ ਹੋਣਗੇ ਉਹਨਾਂ ਦੇ ਆਪਸ ਵਿੱਚ, ਜਿਨ੍ਹਾਂ ਦੇ ਕੀ ਹੈ 4 ਤੋਂ 6 ਜਨਰੇਸ਼ਨ ਦੇ ਜਿਹੜੇ ਇੰਡੀਵਿਜੂਅਲ ਹੋਣਗੇ, ਜਿਨ੍ਹਾਂ ਦੇ ਅਨਸੈਸਟਰ ਕਿਹੜੇ ਹੈਗੇ ਕਾਮਨ ਹੋਣਗੇ। ਅਨਸੈਸਟਰ ਅਗਰ ਕਾਮਨ ਆ ਤਾਂ ਉਹਨਾਂ ਦੇ ਆਪਸ ਵਿੱਚ ਜਿਹੜੀ ਮੈਟਿੰਗ ਹੁੰਦੀ ਰਹੇਗੀ। ਅਨਸੈਸਟਰ ਕੀ ਹੋਣਗੇ, ਕਾਮਨ ਅਨਸੈਸਟਰ 4 ਤੋਂ 6 ਜਨਰੇਸ਼ਨ ਦੇ ਜਿਹੜੇ ਇੰਡੀਵਿਜੂਅਲ ਹੋਣਗੇ ਸੇਮ ਸਪੀਸੀਜ਼ ਦੇ, ਉਹਨਾਂ ਦੀ ਮੈਟਿੰਗ ਜਿਹੜੀ ਆਪਸ ਵਿੱਚ ਕਰਾਉਂਦੇ ਰਾਂਗੇ ਤਾਂ ਉਹ ਕਿਹੜੀ ਵਾਲੀ ਹੋਏਗੀ, ਇਨਬਰੀਡ। ਸਿਮਿਲਰ ਅਨਸੈਸਟਰ ਤੇ ਜਿਹੜੀਆਂ ਅੱਗੇ ਨੈਕਸਟ ਵਾਲੀ ਜਨਰੇਸ਼ਨ ਹੋਣਗੀਆਂ 4 ਤੋਂ 6, ਉਹਨਾਂ ਦੇ ਵਿੱਚ ਆਪਸ ਵਿੱਚ ਹੀ ਮੈਟਿੰਗ ਕਰਾਉਂਦੇ ਰਹਿਣਾ, ਤਾਂ ਉਹ ਵਾਲੀ ਜਿਹੜੀ ਹੋਏਗੀ ਇਨਬਰੀਡ, ਕਿ ਉਹਨਾਂ ਦੇ ਕਿਸੇ ਬਾਹਰ ਵਾਲੀ ਸਪੀਸੀਜ਼ ਜਾਂ ਬਾਹਰ ਵਾਲੀ ਬਰੀਡ ਦੇ ਨਾਲ ਮੈਟਿੰਗ ਨਹੀਂ ਹੋਈ। ਤਾਂ ਇੱਦਾਂ ਦੀ ਜਿਹੜੀ ਹੋਏਗੀ ਇਨਬਰੀਡ ਹੋਏਗੀ, ਸਿਮਿਲਰ ਬਰੀਡ ਸਪੀਸੀਜ਼ ਯੂਜ਼ ਕਰਕੇ ਸਿਮਿਲਰ ਬਰੀਡ। ਇੱਕ ਹੀ ਬਰੀਡ ਦੇ ਜਿਹੜੀ ਮੈਟਿੰਗ ਹੈ, ਉਹਨਾਂ ਜਿਨ੍ਹਾਂ ਦੇ ਅਨਸੈਸਟਰ ਕਾਮਨ, ਤਾਂ 4 ਤੋਂ 6 ਜਨਰੇਸ਼ਨ ਤੱਕ ਉਹਨਾਂ ਦੀ ਕੀ ਕਰਾਣੀ ਹੈ, ਮੈਟਿੰਗ ਆਪਸ ਵਿੱਚ ਹੀ ਕਰਾਉਂਦੇ ਰਹਿਣਾ। ਤਾਂ ਇੱਦਾਂ ਦੀ ਜਿਹੜੀ ਬਰੀਡ ਤਿਆਰ ਹੋਏਗੀ ਜਾਂ ਮੈਟਿੰਗ ਹੋਏਗੀ ਉਹ ਇਨਬਰੀਡ ਹੋਏਗੀ। ਤਾਂ ਇਹਦੇ 'ਚ ਕੀ ਹੋਏਗਾ, ਇਹਦੇ 'ਚ ਜੋ ਮੇਨ ਆਪਾਂ ਨੂੰ ਦੇਖਣ ਨੂੰ ਮਿਲੇਗਾ, ਇਨਬਰੀਡ ਕਰਕੇ ਕੀ ਹੋਏਗਾ, ਹੋਮੋਜ਼ੈਗੋਸਿਟੀ ਹੋਏਗੀ। ਹੋਮੋਜ਼ੈਗੋਸਿਟੀ ਆਪਣੇ ਕੋਲ ਹੋਏਗਾ, ਇਹ ਟਰਮ ਆਪਾਂ ਯੂਜ਼ ਕਰਦੇ ਹਾਂ ਕਿ ਜਿਹੜੇ ਸੁਪੀਰੀਅਰ ਜੀਨ ਹੋਣਗੀਆਂ, ਸੁਪੀਰੀਅਰ ਜੀਨ, ਸੁਪੀਰੀਅਰ ਜੀਨ ਕੀ ਹੋਣਗੀਆਂ, ਉਹ ਡੋਮੀਨੇਟ ਕਰਦੇ ਜਾਣਗੀਆਂ ਕੰਟੀਨਿਊਸਲੀ। ਉਹ ਕੀ ਕਰਨਗੀਆਂ, ਡੋਮੀਨੇਟ ਕਰਦੀਆਂ ਜਾਣਗੀਆਂ। ਡੋਮੀਨੇਟ ਕਰਕੇ ਸਿਰਫ ਸੁਪੀਰੀਅਰ ਜੀਨ ਜਿਹੜੀ ਹੈ ਜਾਂ ਇੱਕ ਖਾਸ ਤਰ੍ਹਾਂ ਦਾ ਹੀ ਕਰੈਕਟਰ ਕੀ ਹੋ ਜਾਏਗਾ ਉਹਨਾਂ ਦੇ ਵਿੱਚ ਡਿਵੈਲਪ ਹੋ ਜਾਏਗਾ, ਉਹਨੂੰ ਆਪਾਂ ਕੀ ਕਹਿ ਦਾਂਗੇ, ਹੋਮੋਜ਼ੈਗੋਸਿਟੀ। ਮਤਲਬ ਇੱਕ ਹੀ ਟ੍ਰੇਟ ਉਹਨਾਂ ਦੇ ਵਿੱਚ ਜ਼ਿਆਦਾ ਡੋਮੀਨੇਟ ਹੁੰਦਾ ਬੈਟਰ ਹੋ ਜਾਏਗਾ, ਤਾਂ ਉਹ ਹੋ ਜਾਏਗਾ ਆਪਣੇ ਕੋਲ ਹੋਮੋਜ਼ੈਗੋਸਿਟੀ। ਔਰ ਜਿਹੜੇ ਆਪਣੇ ਕੋਲ ਰਿਸੈਸਿਵ ਜੀਨਸ ਹੋਣਗੀਆਂ, ਜਿਹੜੀਆਂ ਇੰਨਾ ਆਪਣਾ ਇਫੈਕਟ ਨਹੀਂ ਸ਼ੋ ਕਰ ਪਾਉਣਗੀਆਂ, ਉਹ ਹੌਲੀ ਹੌਲੀ ਕੀ ਹੋ ਜਾਣਗੀਆਂ, ਉਹ ਲਿਮਿਨੇਟ ਹੋ ਜਾਣਗੀਆਂ। ਤਾਂ ਇਹ ਆਪਣੇ ਕੋਲ ਇਨਕਰੀਜ਼ ਹੋਮੋਜ਼ੈਗੋਸਿਟੀ। ਤਾਂ ਇਹ ਕਿਹਦੇ 'ਚ ਦੇਖਣ ਨੂੰ ਮਿਲੇਗਾ, ਇਨਬਰੀਡ ਦੇ ਵਿੱਚ। ਲੇਕਿਨ ਇਹਦਾ ਵੀ ਆਪਾਂ ਨੂੰ ਇਫੈਕਟ ਦੇਖਣ ਨੂੰ ਮਿਲੇਗਾ ਕਿ ਅਗਰ 4 ਤੋਂ 5 ਜਨਰੇਸ਼ਨ ਤੱਕ ਤਾਂ ਸਹੀ ਹੈ, 4 ਤੋਂ 5 ਜਨਰੇਸ਼ਨ ਤੱਕ ਕੀ ਹੋਏਗਾ, ਇਸ ਦੇ ਵਿੱਚ ਈਲਡ ਜੋ ਉਹਨਾਂ ਤੋਂ ਪ੍ਰੋਡਿਊਸ ਹੋ ਰਹੀ ਹੋਏਗੀ, ਈਲਡ ਪ੍ਰੋਡਕਸ਼ਨ ਵੀ ਕੀ ਹੋਏਗੀ, ਇੰਕਰੀਜ਼ ਹੋਏਗੀ। ਈਲਡ ਪ੍ਰੋਡਕਸ਼ਨ ਵੀ ਇੰਕਰੀਜ਼ ਹੋਏਗੀ। ਔਰ
ਜੋ ਉਹਨਾਂ ਦੇ ਨੈਕਸਟ ਜੋ ਜਨਰੇਸ਼ਨ ਆਏਗੀ ਉਹ ਵੀ ਕੀ ਹੁੰਦੀ ਜਾਏਗੀ, ਸੁਪੀਰੀਅਰ ਹੁੰਦੀ ਜਾਏਗੀ, ਉਹਨਾਂ ਦੀ ਕੁਆਲਿਟੀ ਵੀ ਬੈਟਰ ਹੁੰਦੀ ਜਾਏਗੀ। ਬਟ ਅਗਰ ਇਨਬਰੀਡ ਕੰਟੀਨਿਊਸਲੀ ਚੱਲਦੀ ਜਾਏਗੀ ਤਾਂ ਉਹ ਕੀ ਹੋਏਗਾ, ਉਹ ਈਲਡ ਪ੍ਰੋਡਕਸ਼ਨ ਨੂੰ ਡਿਕਲਾਈਨ ਕਰਨਾ ਸ਼ੁਰੂ ਕਰ ਦੇਗੀ। ਅਗਰ ਇਹ ਕੰਟੀਨਿਊ ਚੱਲਦੀ ਜਾਏਗੀ, ਕੰਟੀਨਿਊ ਕੰਮ ਕਰੇਗੀ ਤਾਂ ਕੀ ਹੋਏਗਾ, ਈਲਡ ਦੇ ਵਿੱਚ ਵੀ ਕਮੀ ਆਣੀ ਸ਼ੁਰੂ ਹੋ ਜਾਏਗੀ, ਈਲਡ ਡਿਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਈਲਡ ਕੀ ਹੋ ਜਾਏਗੀ, ਡਿਕਰੀਜ਼ ਹੋ ਜਾਏਗੀ। ਔਰ ਜਿਹੜੇ ਨਿਊ ਇੰਡੀਵਿਜੂਅਲ ਜਾਂ ਨੈਕਸਟ ਜੋ ਜਨਰੇਸ਼ਨ ਆਏਗੀ ਉਸ ਦੇ ਵਿੱਚ ਕੀ ਆਏਗੀ, ਫਰਟੀਲਿਟੀ ਵੀ ਰਿਡਿਊਸ ਹੋਣੀ ਸ਼ੁਰੂ ਹੋ ਜਾਏਗੀ, ਫਰਟੀਲਿਟੀ ਵੀ ਕੀ ਹੋ ਜਾਏਗੀ, ਰਿਡਿਊਸ ਹੋ ਜਾਏਗੀ। ਤਾਂ ਇਟ ਮੀਨਸ ਇਹ ਕੀ ਹੋਣਗੇ, ਇਹ ਸਾਈਡ ਇਫੈਕਟ ਹੋ ਜਾਣਗੇ ਅਗਰ ਇਨਬਰੀਡ ਲੰਮੇ ਸਮੇਂ ਤੱਕ ਅਗਰ ਆਪਾਂ ਕਰਦੇ ਜਾਵਾਂਗੇ ਤਾਂ ਈਲਡ ਡਿਕਰੀਜ਼ ਹੋਣੀ ਸ਼ੁਰੂ ਹੋ ਜਾਏਗੀ ਇੱਕ ਮੈਕਸਿਮਮ ਸਟੇਜ ਤੋਂ ਜਾ ਕੇ, ਤਾਂ ਫਰਟੀਲਿਟੀ ਰਿਡਿਊਸ ਹੋਣੀ ਸ਼ੁਰੂ ਹੋ ਜਾਏਗੀ ਤੇ ਪ੍ਰੋਡਕਟਿਵਿਟੀ ਵੀ ਘਟੇਗੀ। ਤਾਂ ਇਸ ਵਾਲੇ ਜਿਹੜੇ ਇਫੈਕਟ ਨੂੰ ਆਪਾਂ ਕੀ ਕਹਿੰਦੇ ਆ, ਇਨਬਰੀਡ ਇਨਬਰੀਡਿੰਗ ਡਿਪਰੈਸ਼ਨ। ਇੱਕ ਇਨਬਰੀਡ ਕੁਝ ਹੱਦ ਤੱਕ ਹੀ ਸਹੀ ਰਹਿੰਦੀ ਹੈ ਕਿ ਉਸਦੀ ਪ੍ਰੋਡਕਸ਼ਨ ਹੈ ਜਾਂ ਪਿਓਰ ਲਾਈਨ ਤਿਆਰ ਹੋ ਰਹੀ ਹੈ। ਅਗਰ ਇਸ ਦੇ ਵਿੱਚ ਕੀ ਆ ਕਿ ਅਗਰ ਇਨਬਰੀਡ ਕੰਟੀਨਿਊਸਲੀ ਅਗਰ ਆਪਾਂ ਕਰਦੇ ਜਾਵਾਂਗੇ ਸੇਮ ਬਰੀਡ ਦੇ ਵਿੱਚ ਔਰ ਸੇਮ ਅਨਸੈਸਟਰ ਜਿਨ੍ਹਾਂ ਦੇ ਕਾਮਨ ਅਨਸੈਸਟਰ ਹੈ, ਤਾਂ ਉਹਨਾਂ ਦੇ ਕੀ ਹੋਏਗਾ, ਆਖਿਰਕਾਰ ਉਹਨਾਂ ਦੇ ਵਿੱਚ ਜਿਹੜੀ ਫਰਟੀਲਿਟੀ ਰਿਡਿਊਸ ਹੋਣੀ ਸ਼ੁਰੂ ਹੋ ਜਾਏਗੀ ਔਰ ਈਲਡ ਪ੍ਰੋਡਕਸ਼ਨ ਵੀ ਕੀ ਹੋ ਜਾਏਗੀ, ਘਟ ਜਾਏਗੀ, ਉਹਨਾਂ ਦੀ ਪ੍ਰੋਡਕਟਿਵਿਟੀ ਵੀ ਡਿਕਰੀਜ਼ ਹੋਣੀ ਸ਼ੁਰੂ ਹੋ ਜਾਏਗੀ। ਤਾਂ ਉਸ ਫੈਕਟ ਨੂੰ ਆਪਾਂ ਕੀ ਕਹਿੰਦੇ ਆ, ਇਨਬਰੀਡਿੰਗ ਡਿਪਰੈਸ਼ਨ। ਇਹ ਸੀ ਸਾਰਾ ਇਨਬਰੀਡ। ਇਨਬਰੀਡ ਦੇ ਵਿੱਚ ਕੀ ਆਪਣੇ ਕੋ, when breeding is between animal of some breed is called inbreeding, while cross between different breeds called outbreeding। ਅਗਰ ਡਿਫਰੈਂਟ ਬਰੀਡਸ ਹੋਣਗੀਆਂ ਤਾਂ ਆਪਾਂ ਕੀ ਕਹਿ ਦਿਆਂਗੇ, ਆਊਟਬਰੀਡਿੰਗ। ਬਰੀਡ ਇੱਕ ਬਰੀਡ ਦੀ ਜਿਹੜੀ ਮੈਟਿੰਗ ਹੈ ਉਹ ਦੂਸਰੇ ਬਰੀਡ ਦੀ, ਜਾਂ ਇੱਕ ਬਰੀਡ ਦਾ ਮੇਲ ਹੈ ਔਰ ਦੂਸਰੇ ਬਰੀਡ ਦੇ ਵਿੱਚ ਕੀ ਹੈ ਫੀਮੇਲ, ਤਾਂ ਉਹਨਾਂ ਦੀ ਜੋ ਮੈਟਿੰਗ ਹੋਏਗੀ ਤਾਂ ਉਹ ਕਿਹੜੇ ਵਾਲੀ ਹੋਏਗੀ, ਆਊਟਬਰੀਡਿੰਗ। ਅਗਰ ਸਿਮਿਲਰ ਬਰੀਡਿੰਗ ਦੀ ਵੀ ਗੱਲ ਕਰਾਂਗੇ ਤਾਂ ਕੀ ਹੋਏਗਾ, ਇਨਬਰੀਡਿੰਗ ਹੋਏਗਾ। ਤਾਂ ਬਾਕੀ ਜੋ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਉਹ ਆਪਣੇ ਕੋਲ ਆਲਰੇਡੀ ਆਪਾਂ ਕਰ ਲਿਆ। ਨੈਕਸਟ ਆਪਣੇ ਕੋਲ ਆਊਟਬਰੀਡ। ਆਊਟਬਰੀਡ ਦੇ ਵਿੱਚ ਦੇਖੋ ਕੀ ਆਪਣੇ ਕੋਲ, ਆਊਟਬਰੀਡ ਆਪਾਂ ਆਲਰੇਡੀ ਕਰ ਚੁੱਕੇ ਹਾਂ ਕਿ ਕੀ ਹੋਏਗਾ, ਬਰੀਡ ਮੈਟਿੰਗ ਬਿਟਵੀਨ ਡਿਫਰੈਂਟ ਬਰੀਡਸ। ਔਰ ਡਿਫਰੈਂਟ ਬਰੀਡਸ ਦੇ ਵਿੱਚ ਅਗਰ ਆਪਾਂ ਮੈਟਿੰਗ ਕਰਾ ਰਹੇ ਹਾਂ ਤਾਂ ਉਹ ਕਿਹਨੂੰ ਰੈਫਰ ਕਰ ਰਹੀ ਹੈ, ਆਊਟਬਰੀਡ ਨੂੰ। ਤਾਂ ਆਊਟਬਰੀਡ ਦੇ ਵਿੱਚ ਕੀ ਕੀ ਆਪਣੇ ਕੋਲ ਆਏਗਾ, ਆਊਟਬਰੀਡ ਦੇ ਅੱਗੇ ਪਾਰਟ ਹੈ ਆਊਟ ਕ੍ਰੋਸਿੰਗ, ਕ੍ਰੋਸ ਬਰੀਡਿੰਗ, ਔਰ ਥਰਡ ਵਾਲੀ ਹੈ ਇੰਟਰ ਸਪੈਸੀਫਿਕ ਹਾਈਬ੍ਰਿਡਾਈਜੇਸ਼ਨ। ਇਹਦੇ ਵਿੱਚ ਜਸਟ ਆਪਾਂ ਦੇਖਣੀ ਹੈ ਆਊਟਬਰੀਡ ਦੇ ਵਿੱਚ ਕੀ ਹੋਏਗਾ, ਇਹ ਸਾਰੇ ਦੇ ਸਾਰੇ ਟਾਈਪਸ ਦੇ ਰੱਖੇ ਆਪਣੇ ਕੋਲ ਆਊਟਬਰੀਡ ਦੇ ਵਿੱਚ। ਤਾਂ ਆਊਟ ਕ੍ਰੋਸਿੰਗ ਕੀ ਹੋਏਗੀ, ਆਊਟ ਕ੍ਰੋਸਿੰਗ ਆਪਣੇ ਕੋਲ ਹੋਏਗੀ ਕਿ ਇਹਦੇ ਵਿੱਚ ਸਪੇਸਿਸ ਤਾਂ ਸੇਮ ਹੋਣਗੀਆਂ, ਮਤਲਬ ਬਰੀਡ ਕੀ ਹੋਏਗੀ, ਸਿਮਿਲਰ ਹੋਏਗੀ। ਬਰੀਡ ਕੀ ਹੈ, ਸਿਮਿਲਰ, ਬਟ ਜਿਹੜੇ ਉਹਨਾਂ ਦੇ ਨੋ ਕਾਮਨ ਅਨਸੈਸਟਰ, ਜਿਹੜੇ ਉਹਨਾਂ ਕਾਮਨ ਅਨਸੈਸਟਰ ਨਹੀਂ ਹੋਣਗੇ, ਮਤਲਬ ਸੇਮ ਬਰੀਡ ਦੇ ਜਿਹੜੇ ਆ ਅਨਰਿਲੇਟਡ ਜਿਹੜੇ ਹੋਣਗੇ ਉਹ ਆਪਾਂ ਇੰਡੀਵਿਜੂਅਲ ਲਾਂਗੇ ਔਰ ਆਪਾਂ ਉਹਨਾਂ ਦੀ ਮੈਟਿੰਗ ਕਰਾਂਗੇ, ਬਟ ਜਿਨ੍ਹਾਂ ਦੀ ਬਰੀਡ ਕੀ ਹੋਏਗੀ, ਸਿਮਿਲਰ ਹੋਏਗੀ। ਬਰੀਡ ਕੀ ਹੋਏਗੀ, ਸਿਮਿਲਰ, ਬਟ ਅਨਰਿਲੇਟਡ ਜਿਹੜੇ ਹੋਣਗੇ ਇੰਡੀਵਿਜੂਅਲ, ਉਹਨਾਂ ਦੀ ਮੈਟਿੰਗ ਕਰਾਣੀ ਆਪਾਂ, ਜਿਨ੍ਹਾਂ ਦੇ ਕੋਈ ਵੀ ਕਿਸੇ ਤਰ੍ਹਾਂ ਦੇ ਇੱਕ ਦੂਸਰੇ ਦੇ ਅਨਸੈਸਟਰ ਕਾਮਨ ਨਾ ਹੋਣ, ਤਾਂ ਉਹ ਕਿਹੜੇ ਵਾਲੀ ਹੋਏਗੀ, ਆਊਟ ਕ੍ਰੋਸ ਹੋ ਜਾਏਗੀ। ਤਾਂ ਇਟ ਇਜ਼ ਦ ਬੈਸਟ ਬਰੀਡਿੰਗ ਮੈਥਡ ਫॉर ਐਨੀਮਲ that are below average in a productivity in milk production। ਤੇ ਜਿਹੜੇ ਮਿਲਕ ਪ੍ਰੋਡਕਸ਼ਨ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹ ਚੀਜ਼ ਆ ਰਹੀ ਹੈ, ਜਿਨ੍ਹਾਂ ਦੇ ਮਿਲਕ ਪ੍ਰੋਡਕਸ਼ਨ ਸਹੀ ਨਹੀਂ ਹੈ ਜਾਂ ਗਰੋਥ ਰੇਟ ਸਹੀ ਨਹੀਂ ਹੈ, ਇਨ ਅ ਬੀਟ
ਬੀਫ ਕੈਟਲ, ਤਾਂ ਆਪਾਂ ਇਹ ਸਾਰੀ ਚੀਜ਼ਾਂ ਉਹਨਾਂ ਤੇ ਅਪਲਾਈ ਕਰ ਸਕਦੇ ਹਾਂ ਕਿ ਆਪਾਂ ਉਹਨਾਂ ਦੀ ਆਊਟ ਕ੍ਰੋਸਿੰਗ ਕਰਾ ਦਈਏ ਤਾਂ ਉਹਨਾਂ ਦੀ ਮਿਲਕ ਪ੍ਰੋਡਕਸ਼ਨ ਵੀ ਕੀ ਹੋਣੀ ਹੋ ਜਾਏਗੀ, ਸਹੀ ਹੋਣੀ ਸ਼ੁਰੂ ਹੋ ਜਾਏਗੀ। A single outcross often help to overcome inbreed depression। ਔਰ ਇੱਕ ਵਾਰੀ ਅਗਰ ਆਊਟਕ੍ਰੋਸ ਐਦਾਂ ਦੀ ਹੋ ਜਾਏ ਤਾਂ ਉਹ ਕੀ ਕਰਦੇ ਇਨਬਰੀਡਿੰਗ ਡਿਪਰੈਸ਼ਨ ਜੋ ਆਪਾਂ ਪਿੱਛੇ ਕਰਕੇ ਆਏ ਹਾਂ, ਕਾਮਨ ਅਨਸੈਸਟਰ ਦੇ ਅੱਗੇ ਜੋ ਨਿਊ ਜਨਰੇਸ਼ਨ ਆ ਰਹੀ ਹੈ, ਅਗਰ ਉਹਨਾਂ ਦੀ ਜਿਹੜੀ ਆਪਾਂ ਬਰੀਡਿੰਗ ਕਰਾ ਰਹੇ ਹਾਂ ਤਾਂ ਉਸ ਨਾਲ ਕੀ ਹੋਏਗਾ, ਇਨਬਰੀਡਿੰਗ ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਂਦਾ। ਤਾਂ ਅਗਰ ਆਪਾਂ ਸਿੰਗਲ ਟਾਈਮ ਵੀ ਆਊਟ ਕ੍ਰੋਸਿੰਗ ਕਰਾ ਦਈਏ, ਜੋ ਅਨਰਿਲੇਟਡ ਆਪਣੇ ਕੋਲੋਂ ਇੰਡੀਵਿਜੂਅਲ ਹੋਣਗੇ ਉਹਨਾਂ ਦੀ ਬਰੀਡਿੰਗ ਆਪਾਂ ਯੂਜ਼ ਕਰ ਲਈਏ ਤਾਂ ਉਸ ਨਾਲ ਕੀ ਹੋਏਗਾ, ਇਨਬਰੀਡਿੰਗ ਡਿਪਰੈਸ਼ਨ ਜਿਹੜੀ ਹੈ ਉਹ ਖਤਮ ਹੋ ਜਾਏਗੀ। ਤੇ ਨੈਕਸਟ ਹੈ ਕ੍ਰੋਸ ਬਰੀਡਿੰਗ। ਕ੍ਰੋਸ ਬਰੀਡਿੰਗ ਦੇ ਵਿੱਚ ਦੇਖੋ ਕੀ ਹੈ ਕਿ ਬਰੀਡ ਡਿਫਰੈਂਟ ਹੋਣਗੀਆਂ। ਮੈਥਡ ਸੁਪੀਰੀਅਰ ਮੇਲ ਆਫ ਵਨ ਬਰੀਡ, ਇੱਕ ਬਰੀਡ ਦਾ ਸੁਪੀਰੀਅਰ ਮੇਲ ਉਹ ਦੂਸਰੇ ਬਰੀਡ ਦੀ ਜਿਹੜੀ ਹੋਏਗੀ ਫੀਮੇਲ, ਸੁਪੀਰੀਅਰ ਮੇਲ from breed and superior female from another breed ਦੇਖੋ ਮੇਲ ਐਂਡ ਫੀਮੇਲ ਦੋਨੋਂ ਹੀ ਡਿਫਰੈਂਟ ਬਰੀਡ ਦੇ ਆ, ਤਾਂ ਅਗਰ ਜਦੋਂ ਐਦਾਂ ਦੀ ਜਿਹੜੀ ਆਪਾਂ ਮੈਟਿੰਗ ਕਰਾਵਾਂਗੇ ਤਾਂ ਉਸ ਦੇ ਵਿੱਚ ਉਸ ਟਾਈਪ ਦੀ ਜਿਹੜੀ ਆਪਣੇ ਕੋਲ ਹੋਏਗੀ, ਦੇਖੋ ਦੋਨੋਂ ਹੀ ਬਰੀਡ ਕੀ ਹੈਗੀਆਂ ਡਿਫਰੈਂਟ, ਸੁਪੀਰੀਅਰ ਮੇਲ ਡਿਫਰੈਂਟ ਬਰੀਡ ਦਾ ਔਰ ਸੁਪੀਰੀਅਰ ਮੇਲ ਕੀ ਆ ਡਿਫਰੈਂਟ ਬਰੀਡ ਦੀ, ਮਤਲਬ ਦੋਨੋਂ ਦੀ ਜਿਹੜੀ ਬਰੀਡ ਆ ਉਹ ਕਾਮਨ ਨਹੀਂ ਹੈ। ਤਾਂ ਐਦਾਂ ਵਾਲੀ ਜਿਹੜੀ ਬਰੀਡਿੰਗ ਹੋਏਗੀ ਉਹ ਕਿਹੜੀ ਵੇਲੇ ਹੋਏਗੀ, ਕ੍ਰੋਸ ਬਰੀਡਿੰਗ ਹੋਏਗੀ। ਤਾਂ ਇਸ ਦੇ ਵਿੱਚ ਕੀ ਆਪਣੇ ਕੋਲ ਕ੍ਰੋਸ ਬਰੀਡਿੰਗ ਦੇ ਵਿੱਚ ਅਲਾਉਸ ਡਿਜ਼ਾਇਰੇਬਲ ਕੁਆਲਿਟੀ ਆਫ ਟੂ ਡਿਫਰੈਂਟ ਬਰੀਡਸ, ਤਾਂ ਜਿਹੜੀ ਆਪਾਂ ਕੁਆਲਿਟੀ ਚਾਹੁੰਦੇ ਹਾਂ, ਕੁਝ ਕਰੈਕਟਰ ਜਿਹੜੀ ਹੋਣਗੇ ਸੁਪੀਰੀਅਰ ਮੇਲ ਦੇ ਆ ਜਾਣਗੇ ਨਿਊ ਵਾਲੀ ਜਨਰੇਸ਼ਨ ਦੇ ਵਿੱਚ, ਕੁਝ ਅਜਿਹੇ ਕਰੈਕਟਰ ਹੋਣਗੇ ਜਿਹੜੇ ਸੁਪੀਰੀਅਰ ਮੇਲ ਦੇ ਨਿਊ ਵਾਲੀ ਬਰੀਡ ਦੇ ਵਿੱਚ ਆ ਜਾਣਗੇ। ਤਾਂ ਜਿਹੜੀ ਪ੍ਰੋਜੈਨੀ ਹੋਏਗੀ, ਜੋ ਨਿਊ ਵਾਲੀ ਜਨਰੇਸ਼ਨ ਹੋਏਗੀ, ਉਹ ਹਾਈਬ੍ਰਿਡ ਐਨੀਮਲ ਇੱਕ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ, ਜਿਹੜੇ ਆਪਾਂ ਕਮਰਸ਼ੀਅਲੀ ਪ੍ਰੋਡਕਸ਼ਨ ਲਈ ਆਪਾਂ ਯੂਜ਼ ਕਰ ਸਕਦੇ ਹਾਂ। ਔਰ ਨੈਕਸਟ ਆਪਣੇ ਕੋਲ ਇਹਦੇ ਵਿੱਚ ਹੀ ਇੱਕ ਦੇ ਰੱਖਿਆ, ਇਹ ਪੁੱਛ ਸਕਦੇ ਆ ਕਿ ਜਿਹੜੀ ਹਿਸਾਰਡੇਲ ਹੈਗੀ ਆ, ਇਹ ਨਿਊ ਬਰੀਡ ਹੈਗੀ ਸ਼ਿਪ ਦੀ, ਇਹ ਡਿਵੈਲਪ ਕਰੀ ਗਈ ਸੀ ਪੰਜਾਬ ਦੇ ਵਿੱਚ। ਕ੍ਰੋਸਿੰਗ ਕਿਹਦੀ ਕਰੀ ਗਈ ਸੀ, ਬੀਕਾਨੇਰੀ ਈਵਸ ਐਂਡ ਮੈਰੀਨੋ ਰਾਮਸ ਦੀ। ਤੇ ਦੇਖੋ ਇਹ ਇੱਕ ਤਰ੍ਹਾਂ ਦੀ ਕ੍ਰੋਸ ਬਰੀਡਿੰਗ ਕਰਾਈ ਗਈ ਹੈ, ਕਿਹਦੇ ਵਿੱਚ ਕਰਾਈ ਗਈ ਪੁੱਛ ਸਕਦੇ ਆ। ਹਿਸਾਰਡੇਲ ਜਿਹੜੀ ਹੈਗੀ ਹੈ ਨਿਊ ਬਰੀਡ ਸੀ ਸ਼ੀਪ ਦੀ, ਤਾਂ ਇਹ ਕਿੱਦਾਂ ਤਿਆਰ ਕਰੀ ਗਈ ਸੀ, ਕਿਹਨਾਂ ਦੇ ਵਿੱਚ ਕ੍ਰੋਸ ਬਰੀਡਿੰਗ ਕਰਾਈ ਸੀ, ਬੀਕਾਨੇਰੀ ਈਵਸ ਐ ਨਾਲ ਕੀ ਹੈ ਮੈਰੀਨੋ ਰਾਮਸ। ਇੰਪੋਰਟੈਂਟ ਕੁਐਸਚਨ ਜਿਹੜੇ ਆਲਰੇਡੀ ਹਾਈਲਾਈਟ ਕਰੇ ਹੋਏ ਆ, ਹਿਸਾਰਡੇਲ ਨਾਮ ਦੀ ਇਹ ਨਿਊ ਵਾਲੀ ਇੱਕ ਬਣ ਗਈ ਸੀ ਬਰੀਡ। ਇਹ ਬਰੀਡ ਜਿਹੜੀ ਹੈ, ਇਹ ਬਰੀਡ ਕਦੋਂ ਆਪਣੇ ਕੋਲ ਆਈ, ਕ੍ਰੋਸ ਬਰੀਡਿੰਗ ਦੌਰਾਨ। ਕਿਹਦੀ ਕ੍ਰੋਸ ਬਰੀਡਿੰਗ ਕਰਾਈ ਸੀ, ਬੀਕਾਨੇਰੀ ਈਵਸ ਐਂਡ ਮੈਰੀਨੋ ਰਾਮਸ ਦੀ। ਇਹਨਾਂ ਦੀ ਜਦੋਂ ਆਪਾਂ ਕ੍ਰੋਸ ਬਰੀਡਿੰਗ ਕਰਾਈ ਤਾਂ ਇਹਦੇ ਤੋਂ ਆਪਣੇ ਕੋਲ ਨਿਊ ਵਾਲੀ ਬਰੀਡ ਬਣੀ, ਕਿਹੜੀ ਵਾਲੀ ਹੈ, ਹਿਸਾਰਡੇਲ, ਜਿਹੜੀ ਕਾਮਨਲੀ ਹੁਣ ਪੰਜਾਬ ਦੇ ਵਿੱਚ ਡਿਵੈਲਪ ਕਰੀ ਹੋਈ ਹੈ। ਤੇ ਨੈਕਸਟ ਹੈ ਇੰਟਰਸਪੈਸੀਫਿਕ ਹਾਈਬ੍ਰਿਡਾਈਜੇਸ਼ਨ। ਇੰਟਰਸਪੈਸੀਫਿਕ ਹਾਈਬ੍ਰਿਡਾਈਜੇਸ਼ਨ ਕੀ ਹੋਏਗਾ, ਇਹਦੇ ਚ ਸਪੇਸਿਸ ਹੀ ਡਿਫਰੈਂਟ ਹੋਣਗੀਆਂ, ਸਪੇਸਿਸ ਹੀ ਕੀ ਹੋਣਗੀਆਂ ਡਿਫਰੈਂਟ, ਮਤਲਬ ਡਿਫਰੈਂਟ ਸਪੇਸਿਸ ਦੀ ਕੀ ਕਰਾਈ ਜਾਏਗੀ, ਹਾਈਬ੍ਰਿਡਾਈਜੇਸ਼ਨ ਮੈਟਿੰਗ ਕਰਾਈ ਜਾਏਗੀ। ਤੇ ਇਹ ਕਿੱਦਾਂ ਪੋਸੀਬਲ ਹੋਏਗਾ, ਲਾਈਕ ਜਿੱਦਾਂ ਆਪਣੇ ਕੋਲ ਡੋਂਕੀ ਐਂਡ ਹੋਰਸ ਦੋਨੋਂ ਕੀ ਹੈ ਡਿਫਰੈਂਟ ਸਪੇਸਿਸ, ਹੋਰਸ ਇੱਕ ਡਿਫਰੈਂਟ ਸਪੇਸਿਸ ਹੈ ਔਰ ਡੋਂਕੀ ਇੱਕ ਡਿਫਰੈਂਟ ਸਪੇਸਿਸ ਹੈ। ਇਹਨਾਂ ਦੇ ਜਿਹੜੇ ਅਗਰ ਹੋਰਸ ਦੇ ਮੇਲ ਔਰ ਡੋਂਕੀ ਦੀ ਕੀ ਹੋਏ ਫੀਮੇਲ, ਤੇ ਜੋ ਨੈਕਸਟ ਵਾਲੀ ਜਿਹੜੀ ਆਪਣੇ ਕੋਲ ਆਏਗੀ ਉਹ ਕਿਹੜੀ ਵਾਲੀ ਹੋਏਗੀ, ਹਿੰਨੀ ਨਾਮ ਦੀ ਜਿਹੜੀ ਨਵੀਂ ਵਾਲੀ ਬਣੇਗੀ ਉਹ ਕਿਹੜੀ ਵਾਲੀ ਹੈਗੀ ਆ, ਇੰਟਰਸਪੈਸੀਫਿਕ ਹਾਈਬ੍ਰਿਡਾਈਜੇਸ਼ਨ ਤੋਂ ਮਿਲਣ ਵਾਲੀ ਆਪਣੇ ਕੋਲ ਬਰੀਡ ਹੋਏਗੀ। ਤਾਂ ਐਦਾਂ ਹੈਗੇ ਮੂਲ ਇੰਪੋਰਟੈਂਟ ਹੈ, ਮੂਲ ਜਿਹੜੀ ਹੈ ਤਾਂ ਮੂਲ ਕਿੱਦਾਂ ਬਣ ਰਹੀ ਹੈ, ਹੋਰਸ ਦੀ ਫੀਮੇਲ ਔਰ ਡੋਂਕੀ ਜਿਹੜਾ ਹੋਏਗਾ ਉਸ ਦਾ ਕੀ ਹੋਏਗਾ ਮੇਲ। ਤਾਂ ਜੋ ਇਹਨਾਂ ਤੋਂ ਅੱਗੇ ਨਿਊ ਵਾਲੀ ਸਪੀਸੀਜ਼ ਤਿਆਰ ਹੋਏਗੀ ਉਹਨੂੰ ਆਪਾਂ ਕੀ ਕਹਿੰਦੇ ਆ ਮੂਲ। ਔਰ ਇਹ ਆਪਾਂ ਕੀ ਕਹਿੰਦੇ ਆ ਸਟੈਰਲਾਈ ਕਿਹੜੇ ਹੁੰਦੇ ਆ, ਸਟੈਰਲਾਈ ਉਹ ਹੁੰਦੇ ਜਿਹੜੇ ਅੱਗੇ ਕੈਨਟ ਰਿਪਰੋਡਿਊਸ ਅਗੇਨ, ਕਾਂਟ ਰਿਪਰੋਡਿਊਸ ਅਗੇਨ।
ਜਿਹੜੇ ਅੱਗੇ ਕਿਸੇ ਤਰ੍ਹਾਂ ਦੇ ਕੋਈ ਵੀ ਰਿਪਰੋਡਕਸ਼ਨ ਚ ਪਾਰਟ ਨਹੀਂ ਲੈ ਸਕਦੇ ਤਾਂ ਉਹ ਕਿਹੜੇ ਹੁੰਦੇ ਆ, ਸਟੈਰਲਾਈ ਹੁੰਦੇ ਆ, ਸਟੈਰਲਾਈ। ਤਾਂ ਇਹ ਵਾਲੀ ਜਿਹੜੀ ਹੋਣਗੀ ਹੋਰਸ ਐਂਡ ਡੋਂਕੀ ਤੋਂ ਜੋ ਬਣੇਗੀ ਹਿੰਨੀ, ਇਹ ਪੁੱਛ ਸਕਦੇ ਕਿ ਮੂਲ ਦੀ ਜਿਹੜੀ ਹੈਗੀ ਆ, ਜਿਹੜੀ ਮੂਲ ਬਰੀਡ ਤਿਆਰ ਕਰੇਗੀ ਇਹ ਕਿੱਦਾਂ ਤਿਆਰ ਕਰੇਗੀ ਆ, ਤਾਂ ਪੁੱਛ ਸਕਦੇ ਆ ਹੋਰਸ ਦੀ ਫੀਮੇਲ ਔਰ ਡੋਂਕੀ ਦਾ ਕੀ ਸੀਗਾ, ਮੇਲ। ਤਾਂ ਉਹਨਾਂ ਦੋਨੋਂ ਦੀ ਜਿਹੜੀ ਮੈਟਿੰਗ ਕਰਾ ਕੇ ਇੱਕ ਨਵੀਂ ਵਾਲੀ ਬਰੀਡ ਤਿਆਰ ਕਰੇਗੀ, ਕਿਹੜੇ ਵਾਲੀ, ਉਹ ਮੂਲ। ਤਾਂ ਮੂਲ ਜਿਹੜੀ ਆ ਉਹ ਇੱਕ ਨਵੇਂ ਵਾਲੀ ਬਰੀਡ ਹੋਗੀ ਤਿਆਰ, ਜੋ ਡਿਫਰੈਂਟ ਸਪੀਸੀਜ਼ ਤੋਂ ਆਈ ਹੈ। ਤਾਂ ਇੱਦਾਂ ਦੀ ਜਿਹੜੀ ਆਪਣੇ ਕੋਲ ਹੋਏਗੀ ਇੰਟਰ ਸਪੈਸੀਫਿਕ ਹਾਈਬ੍ਰਿਡਾਈਜੇਸ਼ਨ ਆਪਾਂ ਕਹਿੰਦੇ ਹਾਂ। ਤਾਂ ਇਹ ਸੀ ਆਪਣੇ ਕੋਲ ਜੋ ਆਪਾਂ ਐਨੀਮਲ ਹਸਬੈਂਡਰੀ ਦੇ ਵਿੱਚ ਕਰ ਰਹੇ ਹਾਂ। ਤਾਂ ਨੈਕਸਟ ਆਪਣੇ ਕੋਲ ਟੌਪਿਕ ਇੱਕ ਆ ਲਾਸਟ ਜ਼ਰੂਰ ਪੜ੍ਹਨਾ, ਸਟੈਲੀਅਨ ਔਰ ਅਨਕਸਟ੍ਰੈਕਟਡ ਮੇਲ ਹੋਰਸ ਸਪੈਸ਼ਲੀ ਯੂਜ਼ਡ ਫਾਰ ਬਰੀਡਿੰਗ ਪਰਪਸ। ਤਾਂ ਮੂਲ ਜਿਹੜਾ ਆਪਣੇ ਕੋਲ ਆ ਦੇਖੋ, ਮੂਲ ਤੇ ਆਪਣੇ ਕੋਲ ਡਾਇਗਰਾਮ ਦੇ ਰੱਖੀ ਕਿ ਮੂਲ ਕਿਸ ਤਰ੍ਹਾਂ ਦੇਖਣ ਨੂੰ ਲੱਗੇਗਾ। ਤੇ ਹੋਰਸ ਦੀ ਕਿਹੜੀ ਹੈ, ਫੀਮੇਲ। ਡੋਂਕੀ ਜਿਹੜਾ ਹੋਏਗਾ ਉਹਦਾ ਮੇਲ ਹੋਏਗਾ। ਤਾਂ ਆਪਣੇ ਕੋਲ ਮੂਲ ਨਾਮ ਦੀ ਨਵੀਂ ਵਾਲੀ ਕੈਟੇਗਰੀ ਤਿਆਰ ਹੋ ਜਾਏਗੀ। ਤੇ ਨੈਕਸਟ ਆਪਣੇ ਕੋਲ ਕੰਟਰੋਲ ਬਰੀਡ। ਤੇ ਕੰਟਰੋਲ ਬਰੀਡ ਦੇ ਵਿੱਚ ਕੀ ਹੋਏਗਾ ਕਿ ਆਪਾਂ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਕਰਾ ਕੇ ਵੀ ਇਹ ਚੀਜ਼ ਕਰਾ ਸਕਦੇ, ਜੋ ਅੱਜ ਕੱਲ ਆਪਾਂ ਮੈਥਡ ਇਹ ਵਾਲੇ ਚੱਲ ਰਹੇ ਆ, ਜਿਸ ਦੇ ਵਿੱਚ ਕੀ ਹੁੰਦਾ, ਇੱਕ ਡਿਜ਼ਾਇਰੇਬਲ ਜਿਹੜੇ ਆਪਾਂ ਸੀਮਨ ਆਪਾਂ ਕਿਸੇ ਵੀ ਫੀਮੇਲ ਦੇ ਰਿਪਰੋਡਕਟਿਵ ਟਰੈਕ ਦੇ ਵਿੱਚ ਇੰਜੈਕਟ ਕਰਕੇ ਆਪਾਂ ਫਰਟੀਲਾਈਜ਼ਡ ਕਰਾ ਸਕਦੇ ਆ ਉਸਨੂੰ। ਤਾਂ ਇੱਕ ਕਿਹੜੇ ਵਾਲੀ ਕੰਟਰੋਲ ਬਰੀਡ ਐਕਸਪੈਰੀਮੈਂਟ ਹੈ। ਤਾਂ ਇਹ ਸਾਰੇ ਹੀ ਉਦੋਂ ਦੇ ਰੱਖਿਆ। ਇਸ ਦੇ ਵਿੱਚ ਜਿਹੜਾ ਸੀਮਨ ਹੈ ਫਰੋਜ਼ਨ ਵੀ ਯੂਜ਼ ਕਰਿਆ ਜਾਂਦਾ, ਕਿਉਂਕਿ ਉਸ ਦੀ ਜਿਹੜੀ ਹੈ ਲਾਈਫ ਟਾਈਮ ਜਿਹੜੀ ਉਹ ਥੋੜੀ ਵੱਧ ਜਾਂਦੀ ਹੈ। ਤਾਂ ਫਰੋਜ਼ਨ ਜਿਹੜਾ ਸੀਮਨ ਹੈ ਉਸ ਨੂੰ ਇਸ ਪਰਪਸ ਲਈ ਯੂਜ਼ ਕਰਿਆ ਜਾਂਦਾ ਕੰਟਰੋਲ ਬਰੀਡਿੰਗ ਲਈ। ਤਾਂ ਇੱਕ ਹੋਰ ਮੈਥਡ ਹੈ ਇੱਥੇ ਆਪਣੇ ਕੋਲ ਮਲਟੀਪਲ ਓਵੂਲੇਸ਼ਨ ਐਮਬ੍ਰਿਓ ਟ੍ਰਾਂਸਪੋਰਟ ਟੈਕਨੋਲੋਜੀ। ਤਾਂ ਇਸ ਦੇ ਵਿੱਚ ਕੀ ਹੈ ਕਿ ਇਸ ਦੇ ਵਿੱਚ ਫੀਮੇਲ ਨੂੰ ਇੱਕ ਤਰ੍ਹਾਂ ਦਾ ਕੈਮੀਕਲ ਇੰਜੈਕਟ ਕਰਾਇਆ ਜਾਂਦਾ, ਜਿਸ ਨਾਲ ਕੀ ਹੁੰਦਾ, FSH ਜਿਹੜਾ ਹੈਗਾ ਉਸ ਜਾਂ ਫਿਰ ਹਾਰਮੋਨ ਜਿਹੜੇ ਹੋਣਗੇ ਉਸ ਫੀਮੇਲ ਦੇ ਵਿੱਚ, FSH ਜਿਹੜੇ ਫੋਲੀਕੂਲਰ ਸਟਿਮੂਲੇਟਿੰਗ ਹਾਰਮੋਨ ਜਿਹੜੇ ਆ ਉਸ ਦੇ ਵਿੱਚ ਕੀ ਹੁੰਦੇ ਆ, ਐਕਟਿਵ ਹੋ ਜਾਂਦੇ ਆ। ਔਰ ਉਸ ਨੂੰ ਇੰਨਾ ਜ਼ਿਆਦਾ ਐਕਟਿਵ ਕਰਿਆ ਜਾਂਦਾ ਕਿ ਉਸ ਦੀ ਕੀ ਕਰੀ ਜਾਂਦੀ ਹੈ, ਮਲਟੀਪਲ ਓਵੂਲੇਸ਼ਨ ਕਰਾਈ ਜਾਂਦੀ ਹੈ। ਵੈਸੇ ਤਾਂ ਆਪਾਂ ਹਰੇਕ ਕਹਿੰਦੇ ਕਿ ਹਰੇਕ ਸਾਈਕਲ ਦੇ ਵਿੱਚ ਕਿ ਇੱਕ ਹੀ ਓਵਮ ਪ੍ਰੋਡਿਊਸ ਹੁੰਦਾ, ਲੇਕਿਨ ਇਸ ਦੇ ਵਿੱਚ ਕੀ ਹੁੰਦਾ ਕਿ ਕਾਓ ਦੇ ਵਿੱਚ ਇੱਕ ਇੱਦਾਂ ਦਾ ਹਾਰਮੋਨ ਐਡਮਿਨਿਸਟ੍ਰੇਟ ਕਰਿਆ ਜਾਂਦਾ ਕਿ ਜਿਸ ਨਾਲ FSH ਲਾਈਕ ਉਹਦੀ ਐਕਟੀਵਿਟੀ ਹੁੰਦੀ ਹੈ, ਫੋਲੀਕਲ ਸਟਿਮੂਲੇਟਿੰਗ ਹਾਰਮੋਨ ਦੀ ਤਰ੍ਹਾਂ ਹੀ ਉਹ ਕੰਮ ਕਰਦਾ। ਲੇਕਿਨ ਉਸ ਦੇ ਵਿੱਚ ਕੀ ਹੋਏਗਾ, ਉਹ ਜਿਹੜੇ ਓਵਮ ਹੈ ਜਾਂ ਫਿਰ ਮਲਟੀਪਲ ਓਵੂਲੇਸ਼ਨ ਕਰਾਏਗਾ। ਅਦਰਵਾਈਜ਼ ਉਂਝ ਤਾਂ ਕੀ ਹੁੰਦਾ ਹੈ, ਹਰੇਕ ਸਾਈਕਲ ਦੇ ਵਿੱਚ ਕੀ ਹੋਏਗਾ, 1 ਓਵਮ ਪਰ ਸਾਈਕਲ ਜਿਹੜਾ ਉਹ ਰਿਲੀਜ਼ ਹੁੰਦਾ। ਲੇਕਿਨ ਅਗਰ ਉਹ ਹਾਰਮੋਨ ਜਿਹੜਾ ਅਗਰ ਉਹ ਐਡਮਿਨਿਸਟ੍ਰੇਟ ਕਰ ਦਿੱਤਾ ਜਾਏ, ਜਿਸ ਦੀ ਐਕਟੀਵਿਟੀ ਹੈ FSH ਦੀ ਤਰ੍ਹਾਂ, ਫੋਲੀਕਲ ਸਟਿਮੂਲੇਟਿੰਗ ਹਾਰਮੋਨ ਦੀ ਤਰ੍ਹਾਂ ਉਹ ਕੰਮ ਕਰਦਾ, ਤਾਂ ਉਸ ਦੇ ਨਾਲ ਕੀ ਹੋਏਗਾ, ਫੀਮੇਲ ਜਿਹੜੀ ਹੋਏਗੀ ਉਸ ਦੇ ਵਿੱਚ 6 ਤੋਂ 8 ਐਗ ਜਿਹੜੇ ਆ ਉਹ ਇੱਕੋ ਹੀ ਸਾਈਕਲ ਦੇ ਵਿੱਚ ਪ੍ਰੋਡਿਊਸ ਹੁੰਦੇ ਆ। ਤੇ ਜਿਸ ਨਾਲ ਕੀ ਹੋਏਗਾ, ਜਿਹੜੇ ਫਰਟੀਲਾਈਜੇਸ਼ਨ ਦੇ ਚਾਂਸ ਹੈਗੇ ਆ ਉਹ ਕੀ ਹੋ ਜਾਂਦੇ ਆ, ਇਨਕਰੀਜ਼ ਹੋ ਜਾਂਦੇ ਆ। ਫਰਟੀਲਾਈਜੇਸ਼ਨ ਦੇ ਚਾਂਸ ਕੀ ਹੈਗੇ ਆ, ਇਨਕਰੀਜ਼ ਹੋ ਜਾਣ। ਤੇ ਦੇਖੋ ਜੋ ਇਨਸੈਮੀਨੇਸ਼ਨ ਹੈ, ਇਨਸੈਮੀਨੇਸ਼ਨ ਜੋ ਆਪਾਂ ਕਰ ਰਹੇ ਹਾਂ ਕੰਟਰੋਲ ਬਰੀਡ ਵਾਲੇ, ਇਨਸੈਮੀਨੇਸ਼ਨ ਦੇ ਨਾਲ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਦੇ ਵਿੱਚ ਚਾਂਸਸ ਜਿਹੜੇ ਹੁੰਦੇ ਆ, ਚਾਂਸ ਆਫ ਫਰਟੀਲਾਈਜੇਸ਼ਨ ਉਹ ਘੱਟ ਹੁੰਦੇ ਆ, ਕਿਉਂਕਿ ਸੇਮ ਟਾਈਮ ਆਪਾਂ ਨੂੰ ਇਹ ਨਹੀਂ ਪਤਾ ਕਿ ਓਵੂਲੇਸ਼ਨ ਹੋਏਗੀ ਜਾਂ ਨਹੀਂ ਹੋਏਗੀ। ਲੇਕਿਨ ਅਗਰ ਆਪਾਂ ਮਲਟੀਪਲ ਓਵੂਲੇਸ਼ਨ ਐਮਬ੍ਰਿਓ ਟ੍ਰਾਂਸਪੋਰਟ ਟੈਕਨੋਲੋਜੀ ਯੂਜ਼ ਕਰਦੇ ਤਾਂ ਇਸ ਦੇ ਵਿੱਚ ਜੋ ਹਾਰਮੋਨ ਦਿਆ ਜਾ ਰਿਹਾ ਹੈ ਕਿਸੇ ਵੀ ਕੈਟਲ ਨੂੰ, ਤਾਂ ਉਹ ਕੀ ਕਰੇਗਾ, ਉਹ ਮਲਟੀਪਲ ਓਵੂਲੇਸ਼ਨ ਕਰਾਏਗਾ, ਜਿਸ ਦੇ ਬਾਅਦ ਜਦੋਂ ਆਪਾਂ ਇਨਸੈਮੀਨੇਸ਼ਨ ਕਰਾਂਗੇ ਤਾਂ ਉਸ ਨਾਲ ਕੀ ਹੋਏਗਾ, ਫਰਟੀਲਾਈਜੇਸ਼ਨ ਦੇ ਚਾਂਸਸ ਜਿਹੜੇ ਹੁੰਦੇ ਆ ਉਹ ਇਨਕਰੀਜ਼ ਹੋ ਜਾਂਦੇ ਆ। ਔਰ ਉਸ ਤੋਂ ਆਪਾਂ ਕੀ ਕਰ ਸਕਦੇ ਹਾਂ, ਹਾਈਬ੍ਰਿਡ ਜਿਹੜੀ ਹੈ, ਹਾਈਬ੍ਰਿਡ ਬਰੀਡ ਜਿਹੜੀ ਆ ਉਹ ਅਚੀਵ ਕਰ ਸਕਦੇ। ਹਾਈਬ੍ਰਿਡ
ਜਿਹੜੀ ਨਿਊ ਵਾਲੀ ਬਰੀਡ ਚਾਹੁੰਦੇ ਆ, ਡਿਜ਼ਾਇਰੇਬਲ ਜਿਹੜੀ ਆਪਾਂ ਨੂੰ ਚਾਹੀਦੀ ਹੈ ਬਰੀਡ, ਉਹ ਕੀ ਹੋ ਜਾਏਗੀ, ਅਚੀਵ ਹੋ ਜਾਏਗੀ। ਲੇਕਿਨ ਅਗਰ ਆਪਾਂ ਆਹ ਵਾਲੀ ਟੈਕਨੀਕ ਯੂਜ਼ ਨਹੀਂ ਕਰਦੇ MOAT, ਤਾਂ ਇਸ ਦੇ ਵਿਦਾਊਟ ਕੀ ਹੁੰਦੇ ਆ, ਜਿਹੜੇ ਚਾਂਸ ਹੋਣਗੇ ਡਿਜ਼ਾਇਰੇਬਲ ਜਾਂ ਹਾਈਬ੍ਰਿਡ ਬਰੀਡ ਦੇ ਅਚੀਵ ਕਰਨ ਤੇ, ਉਹਦੇ ਚਾਂਸਸ ਬਹੁਤ ਘੱਟ ਹੁੰਦੇ ਆ। The next, the animal is either mated with an allied pool ਜਾਂ artificial inseminated। ਇੱਕ ਹੋਰ ਵੀ ਹੈ ਕਿ ਇੱਕ ਆਪਾਂ ਫਰਟੀਲਾਈਜੇਸ਼ਨ ਇੱਕ ਮਦਰ ਦੇ ਵਿੱਚ ਕਰਾ ਕੇ ਨੈਕਸਟ ਮਦਰ ਦੇ ਵਿੱਚ ਕੀ ਕਰਦੇ ਹਾਂ ਕਿ ਜਦੋਂ ਸੈੱਲ ਜਿਹੜਾ ਹੈ ਜਾਂ ਐਮਬ੍ਰਿਓਨਿਕ ਸਟੇਜ ਜਿਹੜੀ 8 ਤੋਂ 32 ਸੈੱਲ ਤੱਕ ਪਹੁੰਚ ਜਾਂਦੀ ਹੈ, ਤਾਂ ਆਪਾਂ ਕੀ ਕਰਦੇ ਹਾਂ, ਉਹ ਰਿਕਵਰ ਕਰ ਲੈਂਦੇ ਆ ਜਿਹੜੇ 8 ਤੋਂ ਜਿਹੜੇ ਬਲਾਸਟੋਮੀਅਰ ਬਣ ਜਾਂਦੇ ਆ ਜਾਂ ਫਰਟੀਲਾਈਜ਼ਡ ਐਗ ਜਦੋਂ 8 ਤੋਂ 32 ਸਾਲ ਤੱਕ ਹੋ ਜਾਂਦਾ, ਉਸ ਨੂੰ ਰਿਕਵਰ ਕਰਕੇ ਨੈਕਸਟ ਮਦਰ ਦੇ ਵਿੱਚ ਕੀ ਕਰ ਦਿੰਦੇ ਆਪਾਂ, ਟ੍ਰਾਂਸਫਰ ਕਰ ਦਿੰਦੇ ਆ। ਤਾਂ ਜਿਸ ਮਦਰ ਦੇ ਵਿੱਚ ਕਰੇ ਜਾਂਦੇ ਆ ਉਸ ਨੂੰ ਆਪਾਂ ਕੀ ਕਹਿੰਦੇ ਆ, ਸਰੋਗੇਟ ਮਦਰ। ਸਰੋਗੇਟ ਮਦਰ ਕਿਹੜੀ ਹੁੰਦੀ ਹੈ, ਜਿਸ ਦੇ ਵਿੱਚ ਫਰਟੀਲਾਈਜੇਸ਼ਨ ਦੀ ਖੁਦ ਦੇ ਵਿੱਚ ਤਾਂ ਐਬਿਲਿਟੀ ਨਹੀਂ ਹੁੰਦੀ, ਲੇਕਿਨ ਕੀ ਹੈ ਫਰਟੀਲਾਈਜ਼ਡ ਐਗ ਨੂੰ ਇੱਕ ਐਦਾਂ ਦੇ ਮੀਡੀਅਮ ਪ੍ਰੋਵਾਈਡ ਕਰ ਸਕਦੇ ਆ, এনवायरमेंट ਪ੍ਰੋਵਾਈਡ ਕਰ ਸਕਦੇ ਆ ਕਿ ਫਰਦਰ ਡਿਵੈਲਪਮੈਂਟ ਜਿਹੜੀ ਹੈ ਉਸ ਮਦਰ ਦੇ ਜਿਹੜੇ ਯੂਟਸ ਦੇ ਅੰਦਰ ਹੋ ਸਕਦੀ ਹੈ। ਤਾਂ ਉਸ ਮਦਰ ਨੂੰ ਆਪਾਂ ਕਹਿੰਦੇ ਆ ਸਰੋਗੇਟ ਮਦਰ। ਜੋ ਅੱਜ ਕੱਲ੍ਹ ਜਿੱਦਾਂ ਟੈਸਟ ਟਿਊਬ ਚੱਲੇ ਹੋਏ ਆ ਕਿ ਕਈ ਮਦਰਸ ਨਹੀਂ ਹੋ ਪਾ ਰਹੀਆਂ, ਆਪਾਂ ਪ੍ਰੈਗਨੈਂਟ ਨਹੀਂ ਹੋ ਪਾਉਂਦੀਆਂ, ਤਾਂ ਸਰੋਗੇਟ ਮਦਰ ਆਪਾਂ ਕਿਹੜੇ ਕਹਾਂਗੇ ਕਿ ਫਰਟੀਲਾਈਜੇਸ਼ਨ ਜਿਹੜੀ ਹੈ ਉਹ ਲੈਬ ਦੇ ਵਿੱਚ ਕਰਾ ਕੇ ਨੈਕਸਟ ਜਿਹੜੇ ਹੈ ਐਮਬਰੀਓ ਨੂੰ ਟ੍ਰਾਂਸਫਰ ਕਰਾਇਆ ਜਾਂਦਾ, ਤਾਂ ਉਹ ਇੱਕ ਮਦਰ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਸਰੋਗੇਟ ਮਦਰ ਦੀ ਤਰ੍ਹਾਂ, ਜਿਸ ਕੋਲ ਖੁਦ ਦੇ ਵਿੱਚ ਕੋਈ ਐਬਿਲਿਟੀ ਨਹੀਂ ਸੀ, ਲੇਕਿਨ ਉਹ ਇੱਕ ਮੀਡੀਅਮ ਜਾਂ ਫਿਰ এনवायरमेंट ਪ੍ਰੋਵਾਈਡ ਕਰ ਰਹੀ ਹੈ ਫਰਦਰ ਡਿਵੈਲਪਮੈਂਟ ਲਈ, ਤਾਂ ਉਹ ਆਪਾਂ ਕੀ ਕਹਿ ਦਿਆਂਗੇ ਉਸ ਨੂੰ, ਸਰੋਗੇਟ ਮਦਰ। ਨੈਕਸਟ ਹੈ ਸ਼ੀਪ। ਸ਼ੀਪ ਦਾ ਨਾਮ ਜੋ ਜੂਲੌਜੀਕਲੀ ਨਾਮ ਹੈ ਤਾਂ ਉਹ ਕੀ ਹੈ, ਓਵਿਸ ਐਰਿਸ। ਤਾਂ ਸ਼ੀਪ ਦੇ ਵਿੱਚ ਤੁਸੀਂ ਯਾਦ ਰੱਖਣ ਵਾਲੀਆਂ ਜਿਹੜੀਆਂ ਚੀਜ਼ਾਂ, ਸ਼ੀਪ ਨੂੰ ਆਪਾਂ ਕਿਸ ਲਈ ਯੂਜ਼ ਕਰਦੇ ਹਾਂ, ਗੁੱਡ ਕੁਆਲਿਟੀ ਵੂਲ, ਮਟਨ ਐਂਡ ਆਲਸੋ ਯੂਜ਼ ਫਾਰ ਕ੍ਰੋਸ ਬਰੀਡਿੰਗ। ਸ਼ੀਪ ਦੇ ਜਿਹੜੇ ਕੰਮ ਹੈਗੇ ਆ ਉਹ ਆਹ ਵਾਲੇ ਹੈ, ਸ਼ੀਪ ਦੇ ਆਪਣੇ ਵੂਲ ਲੈਣੀ ਹੈ, ਮਟਨ ਲੈਣਾ ਐਂਡ ਇਹਦੇ ਤੋਂ ਕੀ ਕਰਾਉਣਾ, ਕ੍ਰੋਸ ਬਰੀਡਿੰਗ ਕਰਾ ਕੇ। ਤਾਂ ਇਹਦੇ ਵਿੱਚ ਬਸ ਪੰਜਾਬ ਦੀ ਯਾਦ ਰੱਖ ਲਓ, ਲੋਹੀ ਕਿੱਥੇ ਆਪਣੇ ਮਿਲੇਗੀ, ਪੰਜਾਬ ਐਂਡ ਰਾਜਸਥਾਨ। ਬਾਕੀ ਅਗਰ ਯਾਦ ਰੱਖਣੀਆਂ ਚਾਹੁੰਦੇ ਹੋ ਤਾਂ ਰੱਖ ਲਓ ਕਿ ਇੱਥੇ ਮਟਨ ਲਈ ਕਿਹੜੇ ਵਾਲੀ ਹੈ, ਨੋ ਵੂਲ, ਸਪੈਸ਼ਲੀ ਮਟਨ ਵਾਸਤੇ ਕਿਹੜੇ ਵਾਲੀ, ਕਰਨਾਟਕ ਦੇ ਵਿੱਚ ਡਿਕਾਨੀ, ਇੱਦਾਂ ਹੀ ਮਟਨ ਲੇਕਿਨ ਕੋਈ ਵੂਲ ਨਹੀਂ ਹੈ, ਤੇ ਨਲੋਰ ਮਹਾਰਾਸ਼ਟਰ ਦੇ ਵਿੱਚ ਪਾਲੀ ਜਾ ਰਹੀ ਹੈ। ਤਾਂ ਪੰਜਾਬ ਦੇ ਜਿਹੜੀ ਲੋਹੀ ਹੈ ਇਹ ਮਿਲਕ, ਗੁੱਡ ਕੁਆਲਿਟੀ ਵੂਲ, ਦੋ ਚੀਜ਼ਾਂ ਲਈ ਇਸ ਨੂੰ ਪਾਲਿਆ ਜਾਂਦਾ, ਇਸ ਸ਼ੀਪ ਨੂੰ, ਮਿਲਕ ਐਂਡ ਗੁੱਡ ਕੁਆਲਿਟੀ ਵੂਲ ਲਈ, ਪੰਜਾਬ ਐਂਡ ਰਾਜਸਥਾਨ ਦੇ ਵਿੱਚ। ਔਰ ਜਿਹੜੀ ਗੁਜਰਾਤ ਦੇ ਵਿੱਚ ਹੈ ਪਟਨਵਾੜੀ, ਤਾਂ ਇਸ ਦੇ ਵਿੱਚ ਕੀ ਹੈ, ਵੂਲ ਫਾਰ ਆਰਮੀ ਹੋਸਰੀ। ਤਾਂ ਆਰਮੀ ਦੇ ਜਿਹੜੇ ਹੋਸਰੀ ਵਾਸਤੇ ਯੂਜ਼ ਕਰੀ ਜਾ ਰਹੀ ਉਹ ਕਿਹੜੇ ਵਾਲੀ ਹੈਗੀ ਹੈ, ਪਟਨਵਾੜੀ। ਇਹ ਹਰੇਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਹਾਂ ਕਿ ਕੁਆਲਿਟੀ ਬੇਸਡ ਹੈ ਕਿ ਕਿਹੜੇ ਵਾਲੀ ਸ਼ੀਪ ਤੋਂ ਕਿਸ ਤਰ੍ਹਾਂ ਦੀ ਵੂਲ ਪੈਦਾ ਕਰੀ ਜਾ ਸਕਦੀ ਹੈ। ਸੁਪੀਰੀਅਰ ਕਲੋਥ ਬਰਾਊਨ ਕਲਰ ਪਲੇਸ ਦੇ ਰੱਖੀ ਹੈ, ਤਾਂ ਇਹ ਕਿਹੜੇ ਵਾਲੀ ਆਪਣੇ ਕੋਲ, ਯੂਪੀ, ਹਰਿਆਣਾ, ਪੰਜਾਬ, ਇਹ ਸਾਰੇ ਜਿਹੜੀਆਂ ਸਟੇਟ ਹੈਗੀਆਂ, ਤਾਂ ਇਹਦੇ ਵਿੱਚ ਜਿਹੜੇ ਵਾਲੀ ਹੈਗੀ ਹੈ ਰਾਮਪੁਰ ਬੁਸ਼ੇਰ। ਲੋਹੀ ਤੇ ਰਾਮਪੁਰ ਬੁਸ਼ੇਰ ਜਿਹੜੀ ਹੈ, ਤੇ ਇੱਕ ਨਾਲੀ, ਇਹ ਪੰਜਾਬ ਦੇ ਵਿੱਚ ਤਿੰਨੋਂ ਹੀ ਤਰ੍ਹਾਂ ਦੀਆਂ ਜਿਹੜੀਆਂ ਸ਼ੀਪ ਦੀਆਂ ਵਰਾਇਟੀਜ਼ ਹੈ, ਬਰੀਡ ਹੈਗੀਆਂ ਜਿਹੜੀਆਂ ਪਾਲੀਆਂ ਜਾ ਰਹੀਆਂ, ਯਾਦ ਰੱਖ ਲੈਣੀਆਂ। ਔਰ ਨਾਲੀ ਜਿਹੜੀ ਹੈ ਇਹ ਸੁਪੀਰੀਅਰ ਕਾਰਪਲ ਵੂਲ ਹੈ, ਕਾਰਪੇਟ ਵੂਲ। ਤਾਂ ਹਰੇਕ ਪਰਪਸ ਲਈ ਡਿਫਰੈਂਟ ਟਾਈਪ ਦੀ ਜਿਹੜੀ ਬਰੀਡ ਨੂੰ ਯੂਜ਼ ਕਰਿਆ ਜਾ ਰਿਹਾ। ਤਾਂ ਅੱਗੇ ਹੈ ਗੋਟ। ਗੋਟ ਨੂੰ ਆਪਾਂ ਕੀ ਕਹਿੰਦੇ ਹਾਂ, ਕਾਪਰਾ, ਕਾਪਰਾ। ਤਾਂ ਗੋਟ ਤੋਂ ਆਪਾਂ ਕੀ ਲੈਂਦੇ ਹੈਗੇ ਆ, the fine soft wool called pashmina is under for ਕਸ਼ਮੀਰੀ and ਤਿਬਤਨ goat। ਤੇ ਜਿਹੜੀ ਪਸ਼ਮੀਨਾ ਵੂਲ ਹੈ ਉਹ ਕਿੱਥੋਂ ਆਪਾਂ ਲੈ ਰਹੇ ਹਾਂ, ਕਸ਼ਮੀਰੀ ਐਂਡ ਤਿਬਤਨ goat ਜਿਹੜੀ ਹੈ ਉਸ ਤੋਂ ਆਪਾਂ ਇਹ ਵਾਲੀ ਲੈ ਰਹੇ ਪਸ਼ਮੀਨਾ। ਪੁੱਛ ਸਕਦੇ ਕਿ ਪਸ਼ਮੀਨਾ ਵੂਲ ਜਿਹੜੀ ਆ ਉਹ ਕਿੱਥੋਂ ਲੈਂਦੇ ਆਪਾਂ, ਉਹ ਆਪਣੇ ਕੋਲ ਹੈ ਕਸ਼ਮੀਰੀ ਤੇ ਤਿਬਤਨ goat ਤੋਂ ਆਪਾਂ ਲੈ ਰਹੇ ਹਾਂ। ਤੇ ਕਸ਼ਮੀਰੀ ਪਸ਼ਮੀਨਾ ਇਹ ਹਿਲਸ ਆਫ ਕਸ਼ਮੀਰ, ਤਿੱਬਤ ਐਂਡ ਹਿਮਾਚਲ ਪ੍ਰਦੇਸ਼। ਤੇ ਇੱਕ ਆਪਾਂ ਡਿਸੀਜ਼ ਵੀ ਪੜ੍ਹੀ ਸੀ ਕਿ ਜਿਹੜੇ ਸਕਿਨ ਰਿਲੇਟਡ ਜਿਹੜੀ ਕੈਂਸਰ ਦੀ ਹੁੰਦੀ ਹੈ, ਉਹ ਕਸ਼ਮੀਰੀ ਜਿਹੜੇ ਉਹ ਇੱਕ ਕਸ਼ਮੀਰੀ ਲੋਕ ਜਿਹੜੇ ਆ ਉਹ ਕੀ ਆ,
ਕਸ਼ਮੀਰੀ ਪਸ਼ਮੀਨਾ ਜਿਹੜੀ ਇਸ ਤੋਂ ਬਣੀ ਹੋਈ ਜਿਹੜੀ ਇੱਕ ਲੋਈ ਜਾਂ ਆਪਾਂ ਕਹਿ ਲਈਏ ਇੱਦਾਂ ਦੇ ਇੱਕ ਕੱਪੜੇ ਟਾਈਪ ਹਮੇਸ਼ਾ ਹੀ ਉਹ ਆਪਣੀ ਬੋਡੀ ਨੂੰ ਕਵਰ ਕਰਕੇ ਰੱਖਦੇ ਆ, ਤਾਂ ਉਸ ਦੀ ਇਨਫੈਕਸ਼ਨ ਕਰਕੇ ਉਹਨਾਂ ਦੇ ਸਕਿਨ ਨਾਲ ਜਾਂ ਸਕਿਨ ਕੈਂਸਰ ਉਹਨਾਂ ਦੇ ਵਿੱਚ ਆ ਜਾਂਦੀ। ਆਪਾਂ ਆਲਰੇਡੀ ਹਿਊਮਨ ਡਿਜ਼ੀਜ਼ ਦੇ ਵਿੱਚ ਇਹ ਡਿਸਕਸ ਕਰੀ ਸੀ ਕਿ ਕਸ਼ਮੀਰੀ ਪਸ਼ਮੀਨਾ ਦੇ ਜਿਹੜੇ ਬਣੇ ਹੋਣਗੇ ਜਿਹੜੇ ਕਲੋਥ, ਉਹ ਜਿਹੜੇ ਕਸ਼ਮੀਰੀ ਲੋਕ ਹਮੇਸ਼ਾ ਉਹ ਚੀਜ਼ ਨੂੰ ਪਹਿਨ ਹੀ ਰੱਖਦੇ ਆ, ਤਾਂ ਉਸ ਦੇ ਨਾਲ ਕੀ ਆ ਉਹਨਾਂ ਦੇ ਜਿਹੜੇ ਸਕਿਨ ਰਿਲੇਟਡ ਡਿਸੀਜ਼ ਆ ਉਹਨਾਂ ਨੂੰ ਹੁੰਦੀਆਂ। ਪੰਜਾਬ ਦੇ ਵਿੱਚ ਬੀਟਲ, ਇਸ ਦੇ ਵਿੱਚੋਂ ਮੋਸਟਲੀ ਯਾਦ ਰੱਖਣ ਵਾਲਾ ਬਸ ਜਿੱਦਾਂ ਆਪਾਂ ਮੋਇਟ ਦੀ ਗੱਲ ਕਰੀ ਆ, ਮੂਲ ਦੀ ਗੱਲ ਕਰੀ ਆ, ਹਿਸਾਰਡੇਲ ਦੀ ਗੱਲ ਕਰੀਏ, ਇੱਦਾਂ ਦੀ ਚੀਜ਼ਾਂ ਪੁੱਛੀਆਂ ਜਾ ਸਕਦੀਆਂ। ਇੱਦਾਂ ਆ ਜੋ ਬਰੀਡਸ ਦੇ ਰੱਖੀਆਂ ਇਹਨਾਂ ਦੇ ਵਿੱਚੋਂ ਇੰਨਾ ਜ਼ਿਆਦਾ ਨਹੀਂ ਹੈ, ਤੁਸੀਂ ਬਸ ਪੰਜਾਬ ਵਾਲੀਆਂ ਯਾਦ ਮੇਨਲੀ ਰੱਖ ਲੈਣੀਆਂ, ਜਾਂ ਫਿਰ ਇਹਨਾਂ ਤੋਂ ਇਹਨਾਂ ਦੇ ਪ੍ਰੋਡਕਸ਼ਨ ਦਾ ਕੀ ਬੈਨੀਫਿਟ ਹੈ, ਕਿਹੜੇ ਵਾਲੇ ਪ੍ਰੋਡਕਟ ਆਪਾਂ ਲੈ ਰਹੇ ਹਾਂ ਉਹ ਪੁੱਛ ਸਕਦੇ। ਜਿੱਦਾਂ ਸ਼ੀਪ ਤੋਂ ਕਿਹੜੇ ਕਿਹੜੇ ਵਾਲੇ ਆ, ਵੂਲ, ਮਟਨ, ਦੋ ਚੀਜ਼ਾਂ ਲਈ ਕਰ ਰਹੇ ਹਾਂ। ਔਰ ਆਪਾਂ ਜਿਹੜੇ ਇੱਕ ਚੀਜ਼ ਹੋਰ ਹੈ ਮਿਲਕ ਲਈ ਵੀ, ਇੱਥੇ ਮਿਲਕ ਦੇ ਨਹੀਂ ਰੱਖਿਆ, ਲੇਕਿਨ ਜਿਹੜੇ ਪੰਜਾਬ ਦੇ ਵਿੱਚ ਆਪਾਂ ਲੋਹੀ ਦੇ ਯੂਜ਼ ਕਰ ਰਹੇ ਹਾਂ ਮਿਲਕ ਤੇ ਗੁੱਡ ਕੁਆਲਿਟੀ ਵੂਲ ਲਈ ਵੀ ਹੈ। ਅਗਰ ਮਿਲਕ ਆ ਗਿਆ ਇੱਕ ਦੇ ਵਿੱਚ ਇਟ ਮੀਨਸ ਕੀ ਹੈ ਮਿਲਕ ਲਈ ਵੀ ਉਸਦੀ ਪ੍ਰੋਡਕਸ਼ਨ, ਉਸ ਨੂੰ ਆਪਾਂ ਰੇਅਰਿੰਗ ਕਰ ਰਹੇ ਹਾਂ, ਵੂਲ ਲਈ ਵੀ ਕਰ ਰਹੇ ਹਾਂ, ਔਰ ਥਰਡ ਵਾਲਾ ਮਟਨ ਲਈ ਵੀ ਯੂਜ਼ ਕਰ ਰਹੇ ਹਾਂ। ਜਾਂ ਫਿਰ ਇਹਦੇ ਵਿੱਚ ਐਗਜ਼ੋਟਿਕ ਪੁੱਛ ਸਕਦੇ ਆ। ਐਗਜ਼ੋਟਿਕ ਕਿਹੜੀਆਂ ਬਣੀਆਂ ਆਪਣੇ ਕੋਲ, ਮੈਰੀਨੋ ਐਂਡ ਡੋਰਸੈਟ ਹੌਰਨ ਸ਼ੀਪ ਦੀ ਜਿਹੜਾ ਐਗਜ਼ੋਟਿਕ ਬਰੀਡ ਹੈ, ਜਿਹੜੀਆਂ ਫੋਰਨਰ ਬਰੀਡ ਹੈਗੀਆਂ ਉਹ ਕਿਹੜੀਆਂ ਬਣੀਆਂ, ਮੈਰੀਨੋ ਐਂਡ ਡੋਰਸੈਟ ਬਰੀਡ ਹੈ, ਜਿਹੜੀ ਵੂਲ ਮਟਨ ਲਈ ਯੂਜ਼ ਕਰੀਆਂ ਜਾ ਰਹੀਆਂ ਕ੍ਰੋਸ ਬਰੀਡਿੰਗ ਲਈ। ਤਾਂ ਨੈਕਸਟ ਆਪਣੇ ਕੋਲ ਆਪਣੇ ਕੋਲ ਪਿਗ, ਜਿਸ ਦਾ ਨਾਮ ਹੈ ਸੁਸ ਸੈਕਰੋਪਾ। ਪਿਗ ਦੇ ਵਿੱਚ ਕੀ ਹੈ, ਪਿਗ ਮੀਟ ਇਜ਼ ਕਾਲਡ ਪੋਕ। ਪੁੱਛ ਸਕਦੇ ਹੋ ਪੋਕ ਕਿਹਦੇ ਨਾਲ ਰਿਲੇਟਡ ਹੈ, ਪਿਗ ਦੇ ਨਾਲ ਰਿਲੇਟਡ ਹੈ। ਔਰ ਜਿਹੜੇ ਇਸ ਦੀ ਮੈਨੇਜਮੈਂਟ ਹੈਗੀ ਹੈ, ਕੇਅਰ ਮੈਨੇਜਮੈਂਟ ਜਿਹੜੀ ਪਿਗ ਦੀ ਉਹਨੂੰ ਕੀ ਕਹਿੰਦੇ ਆ, ਪਿਗਰੀ ਕਹਿੰਦੇ ਆ ਆਪਾਂ। ਤਾਂ ਥਰਡ ਹੈ ਇੰਡੀਜੀਨੀਅਸ ਪਿਗ, ਜਿਹੜਾ ਉਹ ਕਿੱਥੇ ਆਪਾਂ ਨੂੰ ਮਿਲੇਗਾ, ਬੰਗਾਲ ਦੇ ਵਿੱਚ। ਉਹਦਾ ਨਾਮ ਕੀ ਹੈ, ਘੁੰਗਰੂ। ਯਾਦ ਰੱਖਣਾ ਘੁੰਗਰੂ ਲੱਗ ਐਵੇਂ ਰਿਹਾ ਜਿਵੇਂ ਕਿਸੇ ਸ਼ਿਪ ਦੀ ਹੁੰਦੀ ਹੈ ਜਾਂ ਫਿਰ ਗੋਡ ਦੀ ਹੁੰਦੀ ਹੈ, ਨਾ ਤਾਂ ਇਹ ਸ਼ੀਪ ਹੈ ਨਾ ਹੀ ਗੋਡ ਦੀ ਹੈ। ਘੁੰਗਰੂ ਇੱਕ ਤਰ੍ਹਾਂ ਦੀ ਕੀ ਆ ਬਰੀਡ ਹੈ ਪਿਗ ਦੀ, ਔਰ ਕਿੱਥੇ ਪਾਈ ਜਾਏਗੀ, ਬੰਗਾਲ ਦੇ ਵਿੱਚ। ਤਾਂ ਐਗਜ਼ੋਟਿਕ ਪਿਗ ਕਿਹੜੇ ਵਾਲੇ ਆ, ਬਰਕਸ਼ਾਇਰ ਯੂਕੇ ਦਾ। ਲਾਰਜ ਵਾਈਟ ਯਾਰਕਸ਼ਾਇਰ ਜਿਹੜਾ ਉਹ ਵੀ ਕਿੱਥੋਂ ਦੀ ਹੈ, ਯੂਕੇ ਦੀ। ਔਰ ਇੱਕ ਜਿਹੜੇ ਮੀਟ ਹੈ ਨਾ ਪਿਗ ਦਾ, ਜਿਹੜਾ ਮੀਟ ਹੈ ਪਿਗ ਮੀਟ ਇਨਫੈਕਟਡ ਹੋ ਜਾਂਦਾ, ਇਸ ਦੇ ਲੀਵਰ ਦੇ ਵਿੱਚ ਇੱਕ ਆਹ ਵਾਲਾ ਫਲੈਟ ਵੋਮ ਹੈ, ਤਾਨੀਆ ਸੋਲੀਅਮ। ਇਹ ਇੱਕ ਤਰ੍ਹਾਂ ਦਾ ਵੋਮ ਹੈਗਾ, ਇੱਕ ਤਰ੍ਹਾਂ ਦਾ ਕੀੜਾ ਇਸ ਦੇ ਲੀਵਰ ਦੇ ਵਿੱਚ ਹੁੰਦਾ। ਤਾਂ ਉਸ ਦਾ ਜਿਹੜਾ ਮੀਟ ਹੈ ਉਹ ਇਨਫੈਕਟਡ ਹੋ ਜਾਂਦਾ ਕਿਸ ਦੇ ਨਾਲ, ਇਸ ਕੀੜੇ ਦੇ ਕਾਰਨ, ਤਾਨੀਆ ਸੋਲੀਅਮ ਨਾਮ ਦੇ। ਤੇ ਜਦੋਂ ਅਗਰ ਪਿਗ ਦੇ ਵਿੱਚ ਆਹ ਵਾਲਾ ਅਗਰ ਕੀੜਾ ਹੋਏਗਾ ਜੋ ਇਨਫੈਕਟਡ ਕਰ ਦੇਗਾ ਮੀਟ ਨੂੰ, ਤਾਂ ਉਸ ਮੀਟ ਨੂੰ ਇੱਕ ਸਪੈਸ਼ਲੀ ਨਾਮ ਦਿੱਤਾ ਜਾਂਦਾ ਜਿਸ ਨੂੰ ਕਹਿੰਦੇ ਆ ਮੀਜ਼ਲੇ ਪੋਰਕ। ਮੀਜ਼ਲੇ ਪੋਰਕ ਉਦੋਂ ਕਹਾਂਗੇ ਜਦੋਂ ਕਿਹੜੇ ਵਾਲਾ ਕੀੜਾ ਉਸ ਨੂੰ ਕੀ ਕਰ ਦੇਗਾ, ਇਨਫੈਕਟ ਕਰ ਦੇਗਾ, ਤਾਨੀਆ ਸੋਲੀਅਮ ਨਾਮ ਦਾ ਅਗਰ ਉਹ ਕੀੜਾ ਅਗਰ ਉਸ ਨੂੰ ਕੀ ਕਰੇ, ਇਨਫੈਕਟ ਕਰ ਦੇ, ਤਾਂ ਉਸ ਪੋਰਕ ਨੂੰ ਆਪਾਂ ਕੀ ਕਹਾਂਗੇ, ਮੀਜ਼ਲੇ ਪੋਰਕ। ਮੀਜ਼ਲੇ ਪੋਰਕ ਇੱਕ ਤਰ੍ਹਾਂ ਦਾ ਇਨਫੈਕਟਡ ਮੀਟ ਹੈ ਜੋ ਤਾਨੀਆ ਸੋਲੀਅਮ ਕਰਕੇ ਹੋਇਆ। ਤਾਂ ਅੱਜ ਦੀ ਕਲਾਸ 'ਚ ਇੰਨਾ ਹੀ। ਨੈਕਸਟ ਆਪਾਂ ਕਰਾਂਗੇ ਗੱਲ ਪੋਲਟਰੀ ਦੀ। ਬਹੁਤ ਆਸਾਨ ਚੈਪਟਰ ਹੈ, ਕੁਛ ਵੀ ਜ਼ਿਆਦਾ ਇਹਦੇ 'ਚ ਕਰਨ ਵਾਲੀ ਚੀਜ਼ ਨਹੀਂ ਹੈ। ਇੰਨੇ ਕੈਟੇਗਰੀਜ਼ ਜਾਂ ਜੋ ਵੀ ਆਪਾਂ ਬਰੀਡ ਕਰ ਰਹੇ ਹਾਂ ਯਾਦ, ਮੋਸਟਲੀ ਆਪਾਂ ਦੇਖਣਾ ਕਿ ਜੋ ਹਾਈਬ੍ਰਿਡਾਈਜ਼ ਜੋ ਕਰਕੇ ਕਿਸੇ ਚੀਜ਼ ਨੂੰ ਪੈਦਾ ਕਰਿਆ ਜਾ ਰਿਹਾ, ਤੇ ਜਾਂ ਫਿਰ ਜੋ ਐਗਜ਼ੋਟਿਕ ਆਪਣੇ ਕੋਲ ਬਰੀਡ ਹੈ, ਤਾਂ ਆਪਾਂ ਸਿਰਫ ਉਹੀ ਯਾਦ ਜ਼ਿਆਦਾ ਕਰਨੀ ਹੈ। ਬਾਕੀ ਜੋ ਕਾਮਨ ਇੰਡੀਆ ਦੇ ਵਿੱਚ ਚੱਲ ਰਹੀਆਂ ਡੋਮੈਸਟੀਕੇਟਡ ਜਿਹੜੀਆਂ ਆਪਣੇ ਬਰੀਡ ਹੈ, ਇੱਥੋਂ ਦੇ ਘਰੇਲੂ ਹੈ, ਉਹ ਆਪਾਂ ਉਹਨਾਂ ਯਾਦ ਨਹੀਂ ਕਰਨੀਆਂ। ਸਿਰਫ ਔਰ ਸਿਰਫ ਇਹ ਦੇਖ ਲੈਣਾ ਕਿ ਪੰਜਾਬ ਦੇ ਵਿੱਚ ਕਿਹੜੇ ਵਰਡ ਕਿਸ ਟਾਈਪ ਦੀਆਂ ਆ ਰਹੀਆਂ, ਤਾਂ ਉਹ ਯਾਦ ਬਸ ਰੱਖ ਲਿਓ ਅਗਰ ਹੋ ਪਾਏ ਤਾਂ। ਅਦਰਵਾਈਜ਼ ਨਹੀਂ ਤਾਂ ਬਰੀਡ ਤੇ ਇੰਨਾ ਜ਼ਿਆਦਾ ਕੁਐਸਚਨ ਨਹੀਂ ਹੈ। ਜੋ ਕੁਐਸਚਨ ਆਏਗਾ ਉਹ ਸਿਰਫ ਔਰ ਸਿਰਫ ਜਿੱਦਾਂ ਆਪਣੇ ਕੋਲ ਮੋਇਟ ਟੈਕਨੋਲੋਜੀ ਜਿਹੜੀ ਦੇ ਰੱਖੀ ਸੀ ਆਪਣੇ ਕੋਲ, ਮਲਟੀਪਲ ਓਵੂਲੇਸ਼ਨ ਐਮਬ੍ਰੀਓ ਟ੍ਰਾਂਸਫਰ ਟੈਕਨੋਲੋਜੀ ਹੋ ਗਈ,
ਜਾਂ ਫਿਰ ਬਰੀਡ ਆਫ ਸ਼ੀਪ ਜਿਹੜੇ ਐਗਜ਼ੋਟਿਕ ਆ ਇਹਦੇ 'ਚ, ਜਾਂ ਫਿਰ ਸ਼ੀਪ ਦੀ ਜਿਹੜੀ ਆ ਆਪਾਂ ਕਿਉਂ ਰੇਅਰਿੰਗ ਕਰਦੇ ਆ, ਇਸ ਦੇ ਕਿਹੜੇ ਕਿਹੜੇ ਪ੍ਰੋਡਕਟ ਆਪਾਂ ਲੈ ਰਹੇ ਆ, ਤਾਂ ਉਸ ਚੀਜ਼ ਤੇ ਪੁੱਛ ਸਕਦੇ ਆ। ਆਊਟ ਬਰੀਡਿੰਗ ਕੀ ਆ, ਆਊਟ ਕ੍ਰੋਸਿੰਗ ਕੀ ਆ, ਕ੍ਰੋਸ ਬਰੀਡਿੰਗ, ਤੇ ਸਾਰਡਿਲ ਦਾ ਇੱਕ ਐਗਜ਼ਾਮਪਲ ਜਿਹੜੀ ਆਪਾਂ ਕ੍ਰੋਸ ਬਰੀਡਿੰਗ ਦੇ ਵਿੱਚ ਕਰੀਏ ਤਾਂ ਮੂਲ ਦੀ ਆਪਾਂ ਯਾਦ ਰੱਖਣੀ ਹੈ। ਔਰ ਐਨਸੈਸਟਰ ਪੁੱਛ ਸਕਦੇ ਆ ਕਿ ਕਿੰਨੇ ਬਰੀਡ ਤੱਕ ਜਿਹੜੇ ਹੈਗੇ ਕਾਮਨ ਐਨਸੈਸਟਰ ਅਗਰ ਹੋਣਗੇ, ਤਾਂ ਅਗਰ ਉਸ ਤੋਂ ਮੈਕਸਿਮਮ ਅਗਰ ਆਪਾਂ ਇਨਬਰੀਡ ਕਰਾਵਾਂਗੇ ਤਾਂ ਆਪਾਂ ਨੂੰ ਇਨਬਰੀਡਿੰਗ ਡਿਪਰੈਸ਼ਨ ਕਦੋਂ ਹੋ ਸਕਦਾ, ਕਿ ਅਗਰ ਆਪਾਂ ਕੰਟੀਨਿਊਸਲੀ ਇਨਬਰੀਡਿੰਗ ਕਰਾਉਂਦੇ ਰਹਾਂਗੇ ਤਾਂ। ਇਨਬਰੀਡਿੰਗ ਦਾ ਆਪਾਂ ਨੂੰ ਆਲਰੇਡੀ ਪਤਾ ਚੱਲ ਹੀ ਗਿਆ। ਤਾਂ ਜੋ ਇੰਡੀਆ ਦੇ ਬਫੈਲੋ ਦੀ ਜਿਹੜੀ ਮੇਨ ਹੈਗੀ ਹੈ ਨਸਲ ਕਿਹੜੇ ਵਾਲੀ ਚੱਲ ਰਹੀ ਹੈ, ਮੂਰਾ। ਔਰ ਜਿਹੜੇ ਕਾਓ ਦੀ ਆਪਾਂ ਕਹਿ ਸਕਦੇ ਹਾਂ ਜਿਹੜੀ ਸਭ ਤੋਂ ਬੈਟਰ ਮਿਲਕ ਬਰੀਡ ਹੈ ਉਹ ਕਿਹੜੇ ਵਾਲੀ ਹੈ, ਹੋਲਸਟੀਨ ਫਰੀਜ਼ੀਅਨ, ਜਿਹੜੀ ਇੱਕ ਐਗਜ਼ੋਟਿਕ ਆਪਣੇ ਕੋਲ ਬਰੀਡ ਹੈ। ਤਾਂ ਅੱਜ ਦੀ ਕਲਾਸ 'ਚ ਇੰਨਾ ਹੀ। ਥੈਂਕ ਯੂ।